ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਜੀ ਔਰ ਇਹਨਾਂ ਦੇ ਨਾਲ ਨੇ ਪੰਥਕ ਹਲਕਿਆਂ ਦੇ ਵਿੱਚ ਸਨਮਾਨਿਤ ਵਿਦਵਾਨ ਪ੍ਰੋਫੈਸਰ ਬਲਕਾਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਦੋਨਾਂ ਨੂੰ ਜੀ ਆਇਆਂ ਆਖਦਾ ਜੀ। ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਧੰਨਵਾਦ। ਪੰਜਾਬ ਦੇ ਵਿੱਚ ਇਸ ਵਾਰੀ ਲੋਕ ਬਦਲਾਅ ਦੇ ਨਾਲ ਚੱਲਦੇ ਪਏ ਸੀ। ਸਿਆਸੀ ਪਾਰਟੀਆਂ ਲੋਕਾਂ ਦੀ ਟੋਨ ਸਮਝ ਨਹੀਂ ਪਾਈਆਂ। ਅਜੇ ਤੱਕ ਦੇ ਉਪਲਬਧ ਦ੍ਰਿਸ਼ ਦੇ ਵਿੱਚ ਸਾਰੇ ਦਾ ਸਾਰਾ ਨੈਰੇਟਿਵ ਚੇਂਜ ਲਈ ਹੈ ਔਰ ਸ਼ੁਰੂਆਤ ਦੇ ਵਿੱਚ ਲਗਭਗ 5-7 ਦਿਨ ਪਹਿਲਾਂ ਇੰਜ ਲੱਗਣ ਲੱਗਿਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਰਣਨੀਤੀ ਤਹਿਤ ਸਾਰੇ ਦਾ ਸਾਰਾ ਫੋਕਸ ਆਪਣੇ ਔਰ ਕਾਂਗਰਸ ਤੇ ਲੈ ਲਿਆ, ਜਿਸ ਤਰ੍ਹਾਂ ਦੇ ਉਹਨਾਂ ਨੇ ਫੈਸਲੇ ਕੀਤੇ ਔਰ ਇਹ ਕੁਝ ਦਿਨ ਤੱਕ ਚੱਲ ਵੀ ਰਿਹਾ। ਅਕਾਲੀ ਦਲ ਪਿੱਛੋਂ ਸਰਕ ਕੇ ਅੱਗੇ ਵੱਲ ਵਧਿਆ, ਲੇਕਿਨ ਸਮਾਨਾਂਤਰ ਜਿਹੜੀ ਕਾਂਗਰਸ ਦੇ ਵਿੱਚ ਚਿਹਰੇ ਨੂੰ ਲੈ ਕੇ ਸਰਵੇ ਦੀ ਗੱਲ ਹੋਈ ਔਰ 6 ਤਰੀਕ ਵਾਲੀ ਗੱਲ ਆ ਰਹੀ ਹੈ ਕਿ ਉਸ ਦਿਨ ਚਿਹਰਾ ਐਲਾਨਤਾ ਜਾਊਗਾ। ਇਹਨੂੰ ਲੈ ਕੇ ਵੀ ਸਿਆਸੀ ਹਲਕਿਆਂ ਦੇ ਵਿੱਚ ਖੂਬ ਚਰਚਾ ਹੈ ਕਿ ਚਿਹਰਾ ਜੇਕਰ ਬਦਲਾਅ ਵੱਲ ਨਹੀਂ ਜਾਂਦਾ ਤਾਂ ਇਹਦੇ ਸਿੱਟੇ ਕੀ ਭੁਗਤਣੇ ਪੈਣਗੇ। ਜੇ ਸਿੱਧੂ ਨੂੰ ਚਿਹਰਾ ਨਹੀਂ ਬਣਾਇਆ ਜਾਂਦਾ ਤਾਂ ਜਿਹੜੇ ਲੋਕ ਬਦਲਾਅ ਭਾਲਦੇ ਆ ਉਹ ਕਾਂਗਰਸ ਤੋਂ ਨਿਰਾਸ਼ ਹੋ ਜਾਣਗੇ, ਤੇ ਜੇਕਰ ਸਿੱਧੂ ਨੂੰ ਚਿਹਰਾ ਬਣਾਤਾ ਜਾਂਦਾ ਹੈ ਤਾਂ ਜਿਹੜੇ ਅਨੁਸੂਚਿਤ ਜਾਤੀਆਂ ਦੇ ਵੋਟ ਹੈ ਉਹ ਕਾਂਗਰਸ ਦੇ ਬੇੜੇ ਚੋਂ ਖਿਸਕ ਜਾਣਗੇ। ਸੋ ਉਹ ਦੋ ਬੇੜੀਆਂ ਚ ਸਵਾਰ ਹੈ, ਉਹਨਾਂ ਲਈ ਫੈਸਲਾ ਡਾਢਾ ਔਖਾ ਹੈ। ਇਸੇ ਦੌਰਾਨ ਅੱਜ ਅੱਧੀ ਰਾਤ ਨੂੰ, ਲੰਘੀ ਰਾਤ ਨੂੰ, ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਨੂੰ ਈਡੀ ਵੱਲੋਂ ਗ੍ਰਿਫਤਾਰ ਕਰਨ ਦੀ ਖਬਰ ਵੀ ਪ੍ਰਮੁਖਤਾ ਨਾਲ ਆ ਰਹੀ ਹੈ ਕਿ ਕੱਲ ਉਹ ਸ਼ਾਮ ਨੂੰ ਪੇਸ਼ ਹੋਏ 6 ਵਜੇ ਔਰ ਰਾਤ 6 ਘੰਟੇ ਦੀ ਪੁੱਛਗਿੱਛ ਤੋਂ ਬਾਅਦ 6.5 ਘੰਟੇ ਬਾਅਦ 12:30 ਵਜੇ ਉਹਨਾਂ ਦਾ ਮੈਡੀਕਲ ਕਰਵਾ ਕੇ ਉਹਨਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਹੁਣ ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਮੈਂ ਤੁਹਾਡੇ ਵੱਲ ਆਉਂਗਾ। ਜੇ ਮੰਨ ਲਓ ਇਹਨਾਂ ਧਿਰਾਂ ਦੇ ਵਿੱਚ ਜੋ ਧਰਾਤਲ ਤੇ ਗਰਾਊਂਡ ਤੇ ਗੱਲ ਚੱਲਦੀ ਆ ਕਿ ਯਾਰ ਉਹ ਬਦਲਿਆ ਕੀ, ਚੇਂਜ ਕੀ ਹੋਇਆ, ਤੁਸੀਂ ਸਾਰੀਆਂ ਪਾਰਟੀਆਂ ਲੜਾਈ ਨੂੰ ਖਿੱਚ ਕੇ ਉੱਥੇ ਲਿਆਉਣਾ ਚਾਹ ਰਹੀਆਂ ਜਿੱਥੇ ਤੁਸੀਂ ਪਿਛਲੇ ਲਗਭਗ 25 ਸਾਲਾਂ ਤੋਂ ਲੜਦੀਆਂ ਆ ਰਹੀਆਂ। ਲੋਕ ਮੋਰਚੇ ਦੀ, ਅੰਦੋਲਨ ਦੀ ਜਿਹੜੀ ਸਫਲਤਾ ਦੇ ਵਿੱਚੋਂ ਅਵੇਅਰਨੈਸ ਲੈ ਕੇ ਆਏ ਸੀ। ਉਹ ਕਿਸੇ ਧੜੇ ਧਿਰ ਨਾਲ ਨਹੀਂ ਜੁੜੇ ਵੀ ਉਹ ਕਿਸਾਨਾਂ ਨਾਲ ਹੀ ਜੁੜ ਜਾਂਦੇ ਹੋ ਜਾਂ ਕਿਸੇ ਹੋਰ ਨਾਲ, ਉਹ ਅਵੇਅਰਨੈਸ ਦੇ ਨਾਲ, ਚੇਂਜ ਨਾਲ ਜੁੜੇ ਹੋਇਆ। ਇਸ ਵੇਲੇ ਸਭ ਤੋਂ ਵੱਡਾ ਫੈਕਟਰ ਕੰਮ ਕਰ ਰਿਹਾ ਕਿ ਮੌਜੂਦਾ ਸਿਸਟਮ 'ਚ ਬਦਲਾਅ ਕਿਵੇਂ ਹੋਵੇ ਔਰ ਇਹਦਾ ਸਭ ਤੋਂ ਵੱਧ ਧਰਾਤਲ ਤੇ ਫਾਇਦਾ ਆਮ ਆਦਮੀ ਪਾਰਟੀ ਚੁੱਕਦੀ ਦਿਸਦੀ ਆ। ਤੁਸੀਂ ਕਿਤੇ ਗੱਲ ਕਰਕੇ ਦੇਖ ਲਓ। ਪਰ ਮੈਂ ਤੁਹਾਡੇ ਤੋਂ, ਕਿਉਂਕਿ ਤੁਹਾਡਾ ਅਨੁਭਵ ਪੰਥਕ ਰਾਜਨੀਤੀ 'ਚ ਵੀ ਰਿਹਾ, ਬਾਦਲ ਕਿਹਾ ਨੇ ਪੰਥਕ ਪੱਤਾ ਚਲਾਉਣ ਲਈ ਸਿਰੇ ਦਾ ਢਿੱਲ ਆਇਆ, ਤੇ ਦੂਜੇ ਬੰਨੇ ਇੱਕ ਕੰਟਰੋਵਰਸੀ ਵਿਕਰਮ ਤੇ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਚੱਲੀ ਜਿਹੜੀ, ਉਹਦੇ ਨਾਲ ਫੋਕਸ ਵਿੱਚ ਵੀ ਆਏ। ਪ੍ਰਕਾਸ਼ ਸਿੰਘ ਬਾਦਲ ਰਣਨੀਤੀ ਤਹਿਤ ਸਾਰੀ ਉਮਰ ਦੂਜੇ ਲੀਡਰਾਂ ਨੂੰ, ਟੌੜਾ ਹੋਵੇ ਜਾਂ ਬਾਕੀ, ਤੁਸੀਂ ਤੇ ਉਹਨਾਂ ਦੇ ਨੇੜੇ ਰਹੇ ਹੋ, ਉਹਨਾਂ ਨੂੰ ਫੋਕਸ ਵਿੱਚ ਲਿਆ ਕੇ ਆਪ ਲੋ ਪ੍ਰੋਫਾਈਲ ਰਹਿ ਕੇ, ਭਾਵੇਂ ਤੁਸੀਂ ਕੁਲਦੀਪ ਸਿੰਘ ਵਡਾਲੇ ਵਾਲੀ ਉਹ ਪ੍ਰੈਜ਼ੀਡੀਅਮ ਦੀ ਵੀ ਗੱਲ ਕਰ ਲਓ, ਉਹ ਸੱਤਾ ਦੇ ਉੱਤੇ 5 ਵਾਰੀ ਮੁੱਖ ਮੰਤਰੀ ਵਜੋਂ ਪੇਸ਼ ਹੋਏ ਔਰ ਲੇਕਿਨ ਚਰਚਾ 'ਚ ਕੋਈ ਹੋਰ ਰਹਿੰਦਾ ਰਿਹਾ। ਇਸੇ ਤਰ੍ਹਾਂ ਸੁਖਬੀਰ ਲਈ ਉਹਨਾਂ ਨੇ ਇੱਕ ਸੇਫ ਗੇਮ ਕਿ ਵਿਕਰਮ ਤੇ ਔਰ ਸਿੱਧੂ ਤੇ ਫੋਕਸ ਕਰਕੇ ਔਰ ਇਹਦੇ ਵਿੱਚੋਂ ਸੁਖਬੀਰ ਦੀ ਗੱਦੀ ਜੇ ਸੁਰੱਖਿਅਤ ਹੋ ਜੇ। ਲੇਕਿਨ ਅੱਜ ਕੁਝ ਲੋਕ ਚੇਂਜ ਚਾਹੁੰਦੇ ਆ। ਮੈਨੂੰ ਦੱਸਿਓ ਬਾਬਾ ਬੋਰਡ ਜਿਹੜੇ ਸਿਆਸਤ ਦੇ ਨੇ, ਮੈਂ ਜੋ ਕਹਿ ਰਿਹਾ ਠੀਕ ਹੀ ਕਹਿ ਰਿਹਾ ਜਾਂ ਇਦਾਂ ਦੀ ਗੱਲ ਲੱਗਦੀ ਤੁਹਾਨੂੰ ਕੋਈ? ਰੰਧਾਵਾ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਜਿਹੜੇ ਪਾਸੇ ਇਸ਼ਾਰਾ ਕਰ ਰਹੇ ਹੋ ਉਹ ਠੀਕ ਹੀ ਹੈ ਆਪਣੇ ਆਪ ਤੌਰ ਤੇ, ਪਰ ਸਵਾਲ ਇਹ ਹੈ ਨਾ, ਇਸ ਵੇਲੇ ਜਿਹੜਾ ਪੰਜਾਬ ਹੈ ਉਹ ਇੱਕ ਚਰਨਿੰਗ 'ਚ ਪਿਆ ਹੋਇਆ ਹੈ। ਵੋਟਰ ਤੇ ਜਿਹੜੀ ਪਾਰਟੀਆਂ ਨੇ, ਸਿਆਸੀ ਪਾਰਟੀਆਂ, ਉਹ ਇਸ ਵੇਲੇ ਆਪਣੇ ਆਪ ਵਿੱਚ ਇੱਕ ਦੂਜੇ ਨਾਲ ਸਟਰਗਲ ਕਰ ਰਹੀਆਂ ਨੇ। ਵੋਟਰ ਨੇ ਸਟਰਗਲ ਕਰ ਰਹੀਆਂ ਨੇ, ਵੋਟਰ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀਆਂ ਨੇ ਤੇ ਸਮਝ ਨਹੀਂ ਆ ਰਿਹਾ। ਜਿਹੜੀ ਤੁਸੀਂ ਬਾਦਲ ਸਾਹਿਬ ਦੀ ਰਣਨੀਤੀ ਦੀ ਗੱਲ ਕਰਦੇ ਹੋ, ਬਾਦਲ ਸਾਹਿਬ ਦੀ ਰਣਨੀਤੀ ਸਿੰਪਲ ਹੈ ਵੀ ਉਹ ਆਪ ਹੀ ਨੇ, ਹੋਰ ਕੋਈ ਹੈ ਨਹੀਂ। ਲੰਬੀ ਜੋ ਜਿਵੇਂ ਹੁਣ ਕੈਂਡੀਡੇਟ ਉਹ ਆਪ ਹੀ ਨੇ, ਹੋਰ ਕੋਈ ਹੈ ਨਹੀਂ ਜੀ। ਪ੍ਰੋਫੈਸਰ ਸਾਹਿਬ ਦਾ ਸੰਪਰਕ ਟੁੱਟ ਗਿਆ। ਜਦੋਂ ਤੱਕ ਸੰਪਰਕ ਜੁੜਦਾ ਹੈ, ਪ੍ਰੋਫੈਸਰ ਸਾਹਿਬ ਆਵਾਜ਼ ਆ ਰਹੀ ਜੀ? ਮੈਨੂੰ ਲੱਗਦਾ ਨਹੀਂ। ਭਾਸਕਰ ਸਾਹਿਬ, ਜਿਹੜੀ ਗੱਲ ਆਪਾਂ ਬਦਲਾਅ ਦੀ ਕਰ ਰਹੇ ਹਾਂ, ਜੇ ਪ੍ਰੋਫੈਸਰ ਸਾਹਿਬ ਜੁੜਦੇ ਆ ਜਾਂ ਦੁਬਾਰਾ ਆ ਜਾਂਦੇ ਆ ਫਿਰ ਆਪਾਂ ਗੱਲ ਉੱਥੋਂ ਤੋਰ ਲਾਂਗੇ। ਬਦਲਾਅ ਲਈ ਲੋਕ ਤੰਗ ਦੇ ਸੀਗੇ, ਖਾਹਿਸ਼ਮੰਦ ਸੀ, ਲੇਕਿਨ ਸਿਆਸੀ ਪਾਰਟੀਆਂ ਨੇ ਲੜਾਈ ਪੁਰਾਣੀ ਰਵਾਇਤ ਵਾਂਗ ਹੀ ਅੱਗੇ ਵਧਾਤੀ ਔਰ ਅੱਜ ਜਦੋਂ ਕਾਂਗਰਸ ਨੇ ਵੀ ਪੱਤੇ ਖੋਲਣੇ ਆ 6 ਨੂੰ ਤੇ ਉਸੇ ਵੇਲੇ
ਆਮ ਆਦਮੀ ਪਾਰਟੀ ਨੂੰ ਉਸ ਚੇਂਜ ਦਾ ਲਾਭ ਮਿਲਦਾ ਦਿਸਦਾ? ਮੈਂ ਜ਼ਰੂਰ ਪੁੱਛਣਾ ਹਾਂਜੀ ਚਾਹੁੰਦਾ। ਮੁੱਢੋਂ ਸ਼ੁਰੂ ਕਰਨਾ ਕਿ ਚੱਲ ਨਹੀਂ ਰਿਹਾ? ਨਹੀਂ ਤੁਸੀਂ ਗੱਲ ਕਰਦੇ ਜਾਓ ਜੀ, ਹਾਂ, ਤੁਸੀਂ ਜਿੱਥੋਂ ਬੋਲੇ। ਮੈਂ ਤੁਹਾਨੂੰ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਹੁਣ ਤਾਂ ਵੈਸੇ ਭਾਸਕਰ ਸਾਹਿਬ ਇਸ ਗੱਲ ਤੇ ਅਥਾਰਿਟੀ ਨੇ ਕਿ ਜਿਹੜੀ ਚਰਨਿੰਗ ਵੋਟਰਸ ਦੇ ਵਿੱਚ ਚੱਲ ਰਹੀ ਹੈ ਇਸ ਵੇਲੇ ਪੰਜਾਬ ਦੇ ਵਿੱਚ, ਉਹ ਆਪਣੀ ਹਿੰਦੁਸਤਾਨ ਨਾਲੋਂ ਵੀ ਡਿਫਰੈਂਟ ਕਿਸਮ ਦੀ ਇਸ ਕਰਕੇ ਹੈ ਕਿ ਪੰਜਾਬ ਆਪਣੀ ਚੇਤਨਾ ਤੇ ਆਪਣੇ ਫੈਸਲਿਆਂ ਬਾਰੇ ਜਾਣਿਆ ਜਾਂਦਾ ਹੈ। ਇਹਨਾਂ ਦੇ ਸੁਭਾਅ ਵਿੱਚ, ਲਹੂ ਵਿੱਚ ਹੈ ਕਿ ਇਹੋ ਜਿਹੇ ਕੰਮ ਕਰ ਲੈਂਦੇ ਹੁੰਦੇ ਨੇ। ਇਸ ਵੇਲੇ ਵੀ ਕਿਸੇ ਪਾਰਟੀ ਨੂੰ ਕੱਖ ਪਤਾ ਨਹੀਂ ਹੈ ਵੀ ਵੋਟਰ ਉਹਦੇ ਨਾਲ ਕੀ ਕਰੇਗਾ। ਜਿਹੜੇ ਲੋਕ ਦਾਅਵਾ ਕਰਦੇ ਨੇ ਉਹ ਤੇ ਉਹਨਾਂ ਦੀ ਰੁਟੀਨ ਹੈ, ਉਹਨਾਂ ਦਾ ਸੁਭਾਅ ਹੈ। ਤੁਸੀਂ ਬਾਦਲ ਸਾਹਿਬ ਦੀ ਰਣਨੀਤੀ ਦੀ ਗੱਲ ਕੀਤੀ। ਬਾਦਲ ਸਾਹਿਬ ਦੀ ਰਣਨੀਤੀ ਤਾਂ ਸਿੰਪਲ ਹੈ, ਔਰ ਬੱਚੇ ਨੂੰ ਪਤਾ ਹੈ ਉਹਦਾ ਕਿ ਬਾਦਲ ਸਾਹਿਬ ਨੂੰ ਆਪਣੇ ਤੋਂ ਬਿਨਾਂ ਕੱਖ ਸਮਝ ਨਹੀਂ ਆਉਂਦਾ। ਤੁਸੀਂ ਵੀ ਕਹਿੰਦੇ ਜੀ ਗੱਲ ਦੱਸੀ, ਉਹਦੇ ਇਹੋ ਹੀ ਨਿਕਲਦਾ ਹੈ ਕਿ ਬਾਦਲ ਸਾਹਿਬ ਆਪਣੇ ਆਪ ਨੂੰ ਸੇਫ ਰੱਖਦੇ ਨੇ। ਹੁਣ ਉਹ ਸੁਖਬੀਰ ਨੂੰ ਸੇਫ ਰੱਖਣਾ ਚਾਹਣਗੇ। ਉਹ ਸੇਫ ਰੱਖਣ ਵਾਸਤੇ ਜਿਹੜੀਆਂ ਮਿਸਾਲਾਂ ਤੁਸੀਂ ਦੇ ਰਹੇ ਹੋ ਉਹ ਮੈਨੂੰ ਨਹੀਂ ਉਸ ਤਰ੍ਹਾਂ ਲੱਗਦੀਆਂ। ਸਿੱਧੂ ਤੇ ਮਤਲਬ ਮਜੀਠੀਆ ਦਾ ਜਿਹੜਾ ਝਗੜਾ ਹੈ, ਇਹ ਇੱਕ ਟ੍ਰੈਡੀਸ਼ਨਲ ਝਗੜਾ ਸੀ ਤੇ ਇਹਨੇ ਪੰਜਾਬ ਦੇ ਜੱਟਾਂ ਵਾਂਗੂ ਨਿਬੜਨਾ ਹੀ ਸੀਗਾ। ਇਹ ਪੰਜਾਬ ਦੇ ਜੱਟਾਂ ਵਾਂਗੂ ਨਿਬੜ ਰਿਹਾ, ਸਿਆਸਤ ਵਾਂਗੂ ਨਹੀਂ ਨਿਬੜ ਰਿਹਾ। ਜਿੱਥੋਂ ਤੱਕ ਤਲਕ ਹੈ ਵੀ ਅਕਾਲੀ ਦਲ ਆਪਣੇ ਆਪ ਨੂੰ, ਅਕਾਲੀ ਦਲ ਦਾ ਇੱਕੋ ਹੀ ਪ੍ਰਿਵਿਲੇਜ ਹੈ ਕਿ ਉਹਦਾ ਕਬਜ਼ਾ ਹੈ ਇਸ ਵੇਲੇ ਸ਼੍ਰੋਮਣੀ ਕਮੇਟੀ ਤੇ ਉਹਦਾ ਕਬਜ਼ਾ ਹੈ ਇਸ ਵੇਲੇ ਅਕਾਲ ਤਖਤ ਤੇ। ਜਿਸ ਕਰਕੇ ਜਿਹੜਾ ਆਮ ਸਿੱਖ ਹੈ ਉਹ ਜਿਹੜੀ ਜਦੋਂ ਕੋਈ ਰਾਏ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹਨਾਂ ਦੋ ਇੰਸਟੀਟਿਊਸ਼ਨ ਜਿਹੜੇ ਨੇ ਇਹਨਾਂ ਨੂੰ ਬਾਈਪਾਸ ਨਹੀਂ ਕਰਦਾ। ਇਸ ਕਰਕੇ ਲੋਕਾਂ ਵਿੱਚ ਇਹ ਗੱਲ ਹੋ ਸਕਦੀ ਹੈ ਕਿ ਮਤਲਬ ਇਹ ਗੱਲ ਆ ਰਹੀ ਹੈ ਸਾਹਮਣੇ, ਸਾਡੀ ਡਿਸਕਸ਼ਨ 'ਚ ਪ੍ਰੋਫੈਸਰਾਂ ਵਿੱਚ ਯੂਨੀਵਰਸਿਟੀ 'ਚ ਆ ਰਹੀ ਹੈ ਕਿ ਜੇ ਤੁਸੀਂ ਪੰਥ ਬਚਾਉਣਾ ਹੈ ਤੇ ਫਿਰ ਬਾਦਲਾਂ ਦੀ ਮਦਦ ਕਰਨੀ ਪਏਗੀ। ਤੇ ਮੈਂ ਉਹਨਾਂ ਨੂੰ ਸਵਾਲ ਕਰਦਾ ਵੀ ਦੱਸੋ ਕਿ ਪੰਥ ਤੇ ਬਾਦਲ ਇੱਕ ਨੇ। ਹੁਣ ਤੁਸੀਂ ਰੰਧਾਵਾ ਸਾਹਿਬ, ਮੈਂ ਤੁਹਾਡੀ ਆਡੀਅנס ਨਾਲ ਸਾਂਝਾ ਕਰਨਾ ਚਾਹਾਂਗਾ ਕਿ ਤੁਸੀਂ ਇਹ ਵੇਖੋ ਕਿ ਜਿਹੜਾ ਹੈਗੇ ਨੇ ਸਪੇਸ ਹੈ ਇਸ ਵੇਲੇ, ਸਪੇਸ ਹੈਗੀ ਹੈ ਅਕਾਲੀ ਦਲ ਬਨਾਮ ਵਿਅਕਤੀਗਤ ਸਿਆਸਤ, ਜਾਂ ਅਕਾਲੀ ਦਲ ਜਿਹੜਾ ਸਪਿਰਿਟ ਹੈ ਉਹ, ਤੇ ਦੂਜੇ ਪਾਸੇ ਚਿਹਰੇ। ਅਸੀਂ ਤੇ ਕਿੱਥੋਂ ਬਹੁਤ ਲੰਬਾ ਸਫ਼ਰ ਕਰ ਆਏ ਹੋਏ ਹਾਂ ਕਿ ਜਿਹੜੇ ਮੁੱਦਿਆਂ ਤੋਂ ਚਿਹਰਿਆਂ ਤੇ ਆਏ ਸੀ, ਚਿਹਰਿਆਂ ਤੋਂ ਹੁਣ ਫਿਰ ਮੁੱਦਿਆਂ ਤੇ ਗਏ ਸੀ, ਤੇ ਮੁੱਦਿਆਂ ਤੋਂ ਫਿਰ ਹੁਣ ਚਿਹਰਿਆਂ ਤੇ ਆਏ ਇਸ ਵੇਲੇ ਖੜੇ। ਮਤਲਬ ਇਹ ਜਿਹੜੀ ਬਦਲਾਵ ਆ ਰਹੇ ਨੇ। ਹੁਣ ਜਿਹੜੀ ਵਿਅਕਤੀਗਤ ਸਿਆਸਤ ਵਿੱਚ ਅਕਾਲੀਅਤ ਜਿਹੜੀ ਹੈ, ਜਿਹਨੂੰ ਆਈਡੀਆਲੋਜੀ ਕਹਾਂਗੇ, ਜਿਹਨੂੰ ਅਸੀਂ ਪੰਥ ਕਹਿੰਦੇ ਹਾਂ, ਜਿਹਨੂੰ ਅਸੀਂ ਸਿਧਾਂਤ ਕਹਿੰਦੇ ਹਾਂ, ਜਿਹਦੇ ਤੇ ਪੰਜਾਬ ਜਿਹੜਾ ਹੈ ਸਾਰਾ ਕਹਿੰਦਾ ਗੁਰੂ ਦੇ ਨਾਮ ਤੇ ਜਿਉਂਦਾ ਹੈ, ਉਹ ਜਿਹੜਾ ਹੈ ਉਹ ਬਨਾਮ ਅਕਾਲੀ ਸਿਆਸਤ ਹੋ ਗਿਆ। ਦੇਖੋ ਅਕਾਲੀਅਤ ਜਿਹੜੀ ਹੈ ਤੇ ਅਕਾਲੀ ਸਿਆਸਤ ਜਿਹੜੀ ਉਹ ਇੱਕ ਨਹੀਂ ਰਹੇ, ਉਹ ਇੱਕ ਦੂਜੇ ਦੇ ਖਿਲਾਫ ਖੜੇ ਨੇ, ਇੱਕ ਦੂਜੇ ਨੂੰ ਮਤਲਬ ਕੰਟਰਾਸਟ ਵਿੱਚ ਖੜੇ ਨੇ। ਤੇ ਉਹਦੇ ਵਿੱਚ ਹੁੰਦਾ ਕੀ ਹੈ ਕਿ ਜਿਹੜਾ ਬੰਦਾ ਫੱਟਾ ਲਾ ਲੈਂਦਾ ਹੈ ਅਕਾਲੀਅਤ ਦਾ, ਉਹ ਆਪਣੇ ਆਪ ਨੂੰ ਅਕਾਲੀ ਸਮਝਣ ਲੱਗ ਜਾਂਦਾ ਹੈ। ਮਾਨ ਸਾਹਿਬ ਦਾ ਫੱਟਾ ਜਿਹੜਾ ਹੈ ਉਹ ਆਪਣੇ ਆਪ ਨੂੰ ਅਕਾਲੀ ਕਹਿੰਦੇ ਨੇ, ਬਾਦਲ ਸਾਹਿਬ ਦਾ ਫੱਟਾ ਆਪਣੇ ਆਪ ਨੂੰ ਅਕਾਲੀ ਕਹਿੰਦੇ ਨੇ, ਢੀਂਡਸਾ ਸਾਹਿਬ ਦਾ ਫੱਟਾ ਆਪਣੇ ਆਪ ਨੂੰ ਅਕਾਲੀ ਕਹਿੰਦੇ ਨੇ। ਇਹ ਹੁਣ ਫੱਟੇ ਰਹਿ ਗਏ ਨੇ। ਇਹ ਕੋਈ ਸਪਿਰਿਟ ਨਹੀਂ ਹੈ। ਇਹ ਮਤਲਬ ਮੈਂ ਸਿੱਖ ਧਰਮ ਦਾ ਵਿਦਿਆਰਥੀ ਹਾਂ, ਮੈਂ ਸਮਝਦਾ ਕਿ ਸਪਿਰਿਟ ਜਿਹੜੀ ਹੈ ਬਹੁਤ ਦੂਰ ਚਲ ਗਈ। ਹੁਣ ਗੱਲ ਕੀ ਆ ਗਈ? ਗੱਲ ਆ ਗਈ ਕਿ ਹੁਣ ਵੋਟ ਬੈਂਕ ਤੇ ਆ ਗਿਆ ਗੱਲ, ਜਿਹੜੀ ਤੁਸੀਂ ਜਿੱਥੇ ਲਿਆ ਰਹੇ ਹੋ। ਵੋਟ ਬੈਂਕ ਜਿਹੜਾ ਹੈ ਇਸ ਵੇਲੇ ਚੈਲੰਜ ਇਹ ਹੈ, ਡੇ 1 ਤੋਂ ਹੀ ਚੈਲੰਜ ਇਹ ਸੀਗਾ ਕਿ ਮਤਲਬ ਜੇ ਬਾਦਲਾਂ ਨੂੰ ਪੰਥ ਸਮਝ ਕੇ ਜਿਤਾਉਣਾ ਹੈ, ਮੈਂ ਹੁਣ ਤੁਹਾਡੇ ਨਾਲ ਇਹ ਕਹਿਣਾ, ਮੇਰਾ ਫਿਕਰ ਹੈ ਇਹ ਕਿ ਸੁਖਬੀਰ ਸਿੰਘ ਬਾਦਲ ਨੇ ਕਦੇ ਪੰਥਕ ਹੋਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਇਹਦਾ ਮਤਲਬ ਹੋਇਆ ਕਿ ਉਹਨਾਂ ਨੇ ਕਦੇ ਅਕਾਲੀ ਦਲ ਦਾ ਪ੍ਰਧਾਨ ਹੋਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਉਹ ਤੇ ਉਸ ਫੱਟੇ ਨੂੰ ਦੇ ਥੱਲੇ ਬੈਠੇ ਹੋਏ ਨੇ ਤੇ ਕਹਿੰਦੇ ਨੇ ਵੀ ਇਹ ਮੇਰਾ ਹੈ। ਅੱਜ ਵੀ ਇੱਕ ਮਤਲਬ ਪੰਜਾਬੀ ਟ੍ਰਿਬਿਊਨ 'ਚ ਖਬਰ ਲੱਗੀ ਹੋਈ ਹੈ ਕਿ ਤਰਨਤਾਰਨ ਕੋਈ ਮੀਟਿੰਗ ਹੋਈ ਹੈ ਤੇ ਉਹਦੇ ਵਿੱਚੋਂ ਪੰਥਕ ਈਡੀਐਮ ਹੀ ਗੁੰਮ ਸੀਗਾ, ਕਿਉਂਕਿ ਉਹ ਹਿੰਦੂ ਵੋਟ ਲੈਣਾ ਚਾਹੁੰਦੇ ਨੇ। ਇਹ ਤਾਂ 95 ਹੀ ਹੋ ਗਿਆ ਸੀ ਕਿ ਬਾਦਲ ਸਾਹਿਬ ਸਭ ਕੁਝ ਛੱਡ ਕੇ ਮਤਲਬ ਤੇ ਪੰਥ ਛੱਡ ਕੇ ਸਾਰਾ ਪੰਜਾਬੀ ਪਾਰਟੀ ਬਣਾ ਗਿਆ ਸੀ। ਹੁਣ ਮੈਨੂੰ ਇਹ ਹੈ ਕਿ ਮੈਂ ਇਹ ਕਹਿਣਾ ਇਹ ਚਾਹੁੰਦਾ ਕਿ ਜਿਹੜਾ ਵਿਅਕਤੀ ਹੈ ਇਹ ਸੰਯੁਕਤ ਨਹੀਂ ਹੋ ਸਕਦਾ ਹੁੰਦਾ। ਸਿੱਖ ਨੇ ਤਾਂ ਸਿੱਖ ਹੀ ਰਹਿਣਾ। ਸਿੱਖ ਰਲ ਕੇ ਪੰਥ ਬਣਦੇ ਸੀਗੇ, ਤੇ ਜੋ ਦੂਜਾ ਸਿੱਖ ਨਾਲ ਨਹੀਂ ਰਲੇਗਾ ਤੇ ਕਿੱਥੋਂ ਪੰਥ ਬਣੇਗਾ? ਵੈਸੇ ਹੀ ਇਹ ਜਿਹੜੀਆਂ ਇਲੈਕਸ਼ਨਾਂ ਹੁੰਦੀਆਂ ਨੇ, ਇਹ ਹੁਣ ਕੱਲੀ ਅਸੀਂ ਇਹ ਕੋਈ RSS ਵਾਂਗ ਤਾਂ ਨਹੀਂ ਅਕਾਲੀ ਦਲ ਲੜ ਸਕਦਾ ਨਾ, ਕਿ ਅਸੀਂ ਉਹ ਕਰਦੇ ਰਹੇ ਨੇ ਉਹ ਕਿ ਸਾਨੂੰ ਸਿੱਖ ਵੋਟ ਬੈਂਕ ਚਾਹੀਦਾ, ਅਸੀਂ ਸਿੱਖਾਂ ਦੇ ਪ੍ਰਤੀ ਨੇ। ਤਾਂ ਹੁਣ ਉਹ ਛੱਡੀ ਬੈਠੇ ਨੇ। ਤੇ ਹੁਣ ਤੁਸੀਂ ਕਹਿੰਦੇ ਹੋ ਕਿ ਉਹ ਆਪਣੀ ਮਤਲਬ ਰਣਨੀਤੀ ਤਹਿਤ ਬਾਦਲ ਸਾਹਿਬ ਦੀ ਕੋਈ ਰਣਨੀਤੀ ਨਹੀਂ ਗੀ, ਸਿੰਪਲ ਰਣਨੀਤੀ ਹੈ ਕਿ ਉਹ ਕਿਸਮਤ ਦੇ ਧਨੀ ਨੇ, ਹਾਲਾਤ ਉਹਨਾਂ ਦੇ ਹੱਕ 'ਚ ਭੁਗਤਦੇ ਰਹੇ ਨੇ। ਦੋ ਬਜ਼ੁਰਗ ਲੜ ਰਹੇ ਨੇ ਨਾ, ਅਮਰਿੰਦਰ ਉਹਦਾ ਲੜ ਰਿਹਾ, ਉਧਰ ਇਹ ਲੜ ਰਿਹਾ। ਇਹਦਾ ਜ਼ਿਕਰ ਕਰ ਰਹੇ ਹਾਂ ਅਸੀਂ, ਉਹਦਾ ਨਹੀਂ ਕਰ ਰਹੇ। ਕੋਈ ਗੱਲ ਨਹੀਂ, ਉਹਦੇ ਆਪਣੀ ਹਿਸਾਬ ਹੈ ਨਾ। ਚਲੋ ਅਸੀਂ ਉਹ ਛੱਡ ਦਿੰਦੇ ਹਾਂ ਉਹਨੂੰ, ਗੱਲ ਨੂੰ ਅਸੀਂ ਨਹੀਂ ਕਰਦਾ। ਤੁਸੀਂ ਜਿਹੜੀ ਮੇਰੇ ਮੁਤਾਬਕ ਜਿਹੜੀ ਗੱਲ ਜਿਹੜੀ ਮੈਂ ਲਿਆਉਣਾ ਚਾਹੁੰਦਾ
ਕਿ ਉਹ ਹੁਣ ਇਸ ਵੇਲੇ ਕਸੂਰਵਾਰ ਬਾਦਲ ਨਹੀਂ ਰਿਹਾ, ਅਕਾਲੀ ਕਾਡਰ ਜਿਹੜਾ ਹੈ ਉਹ ਕਸੂਰਵਾਰ ਹੋਏਗਾ। ਜੇ ਮਤਲਬ ਮੈਂ ਇਹ ਕਹਿਣਾ ਕਿ ਹੁਣ ਪੰਥ ਤੇ ਮਤਲਬ ਅਕਾਲੀ ਦਲ ਦੇ ਨਾਲ ਇਸ ਵੇਲੇ ਬਾਦਲ ਅਕਾਲੀ ਦਲ ਹੈ, ਇਹਨਾਂ ਵਿੱਚ ਇੱਕ ਬਚਾਇਆ ਜਾ ਸਕਦਾ ਹੈ, ਤੇ ਅਸੀਂ ਮੇਰੀ ਪ੍ਰੈਫਰੈਂਸ ਜਿਹੜੀ ਉਹ ਪੰਥ ਬਚਾਉਣ ਦੀ ਹੋਏਗੀ। ਜੇ ਮੈਂ ਪੰਥ ਬਚਾਉਣ ਦੀ ਮੇਰੀ ਇਹੀ ਟੌੜਾ ਸਾਹਿਬ ਨਾਲ ਲੜਾਈ ਹੋਈ ਇਹਨਾਂ ਦੀ ਇਹੀ ਸੀ, ਜਿਹੜੀ ਬਾਦਲ ਦੀ ਅੰਦਰ ਅਕਾਲੀ ਦਲ ਦੇ ਲੜਾਈ ਹੁੰਦੀ ਰਹੀ, ਜਿਹੜਾ ਆਪਣੇ ਨੂੰ ਪੰਥਕ ਕਹਾਉਂਦਾ ਰਿਹਾ, ਪੰਥਕ ਕਹਾਉਣ ਦੀ ਕੋਸ਼ਿਸ਼ ਕਰਦਾ ਰਿਹਾ, ਬਾਦਲ ਉਹਦੇ ਖਿਲਾਫ ਭੁਗਤਦੇ ਰਹੇ। ਇਹਦੀ ਇੱਕ ਲੰਬੀ ਫਰਿਸਤ ਹੈ, ਮੈਂ ਦੇ ਵੀ ਸਕਦਾ ਉਹਦੀ ਦੇਣ ਦੀ। ਪਰ ਪ੍ਰੋਫੈਸਰ ਸਾਹਿਬ ਇੱਥੇ ਸਵਾਲ ਇਹ ਖੜਾ ਹੋਊਗਾ ਕਿ ਜੇ ਫਿਰ ਪੰਥਕ ਹੈ ਕੌਣ? ਇੱਥੇ ਮੈਂ ਉਹਨਾਂ ਤੁਹਾਡੇ ਵੱਲ ਭਾਸਕਰ ਸਾਹਿਬ ਨੂੰ ਸ਼ਾਮਲ ਕਰ ਲਈਏ, ਚਰਚਾ ਚੱਜ ਨਾਲ ਹੋ ਜੂ। ਫਿਰ ਜੇ ਬਾਦਲ ਕੇ ਕਹਿੰਦੇ ਅਸੀਂ ਨਹੀਂ, ਤੇ ਫਿਰ ਕੌਣ ਦੱਸੋ? ਦੂਜਾ ਸਾਡੇ ਨਾਲ ਚੰਗਾ ਕਿਹੜਾ? ਗੱਲ ਤਾਂ ਇੱਥੇ ਵੀ ਆ ਕੇ ਖਲੋ ਜਾਂਦੀ ਆ ਕਿ ਸਿੱਖ ਸਪਿਰਿਟ 'ਚ, ਪੰਜਾਬ ਦੇ ਅਕਾਲੀ ਇਤਿਹਾਸ ਵਿੱਚ ਜੇ ਬਾਦਲ ਨਹੀਂ ਤਾਂ ਹੋਰ ਕੌਣ? ਇਹ ਸਵਾਲ ਖੜਾ ਹੋਊਗਾ। ਭਾਸਕਰ ਸਾਹਿਬ, ਇਹ ਮੁੱਦੇ, ਇਹ ਲੜਾਈ ਜਿਹੜੀ ਆ, ਸ਼ਾਇਦ ਰਵਾਇਤੀ ਪੋਲਿਟਿਕਸ ਸਮਝ ਨਹੀਂ ਸਕੀ ਕਿ ਲੜੀ ਕਿਸ ਕੰਮ ਲਈ ਜਾ ਰਹੀ ਹੈ। ਜਿਹੜੀ ਚੇਤਨਾ ਅੰਦੋਲਨ ਚੋਂ ਨਿਕਲੀ ਸੀ ਉਹ ਇਹੀ ਸੀਗੀ ਕਿ ਪੰਜਾਬ ਦੇ ਵਿੱਚ ਬਦਲਾਅ ਹੋਵੇ, ਤੇ ਬਦਲਾਅ ਜਿਹੜਾ ਵਾ ਉਹ ਢਾਂਚਾਗਤ ਹੋਣ ਦੇ ਨਾਲ ਨਾਲ ਸੋਚ ਦਾ ਵੀ ਹੋਵੇ। ਸੋ ਉਹ ਬਦਲਾਅ ਜੇ ਸਿਆਸੀ ਪਾਰਟੀਆਂ ਦੇ ਵਿੱਚ ਸਿੱਧੂ ਦੇ ਰੂਪ 'ਚ ਸੀ, ਵੀ ਉਹ ਪੂਰੀ ਤਰ੍ਹਾਂ ਹੀ ਕਹਿੰਦਾ ਸੀ ਵੀ ਇਹ ਸਾਰੇ ਦਾ ਸਾਰਾ ਮਾਫੀਆ ਹੀ ਮਾਰਨਾ, ਲੇਕਿਨ ਹੌਲੀ ਹੌਲੀ ਉਹ ਕਿਨਾਰੇ ਕਰਤਾ ਗਿਆ, ਜੇ ਹੋ ਗਿਆ ਜਾਂ ਕਰਤਾ ਗਿਆ। ਲੇਕਿਨ ਜੇ ਬਚ ਬਚਾ ਕੇ ਕੋਈ ਬਚਦਾ ਹੈ ਤਾਂ ਫਿਰ ਅਜੇ ਤੱਕ ਆਮ ਆਦਮੀ ਪਾਰਟੀ ਇਹਦਾ ਕਹਿ ਸਕਦੀ ਹੈ ਵੀ ਅਸੀਂ ਤਾਂ ਆਈ ਬਦਲਾ ਲਈਆਂ ਜੀ, ਭਾਵੇਂ ਉਹਨਾਂ ਦੇ ਵੀ ਬਹੁਤ ਸਾਰੇ ਐਸੇ ਕੰਮ ਨੇ ਜਿਹੜੇ ਇਹਦੇ ਖਿਲਾਫ ਜਾਂਦੇ ਆ, ਔਰ ਉਹ ਕਹਿੰਦੇ ਕੁਛ ਆ ਕਰਦੇ ਕੁਛ ਆ। ਪਰ ਸਭ ਤੋਂ ਜੇ ਮਤਲਬ ਕਿਸੇ ਨੂੰ ਸਭ ਤੋਂ ਮਾੜਿਆਂ ਚੋਂ ਘੱਟ ਮਾੜਾ ਸਮਝ ਕੇ ਵੀ ਵੋਟ ਪਾਉਣੀ ਹੋਈ ਤਾਂ ਪੰਜਾਬ ਦੇ ਬਦਲਾਅ 'ਚ ਆਮ ਆਦਮੀ ਪਾਰਟੀ ਸ਼ਾਇਦ ਇੱਥੋਂ ਫਾਇਦਾ ਲਵੇ। ਅੱਜ ਦੇ ਦਿਨ 'ਚ ਕੀ ਕਹਿੰਦੇ ਹੋ, ਜਦੋਂ ਕਿ ਭੁਪਿੰਦਰ ਸਿੰਘ ਹਨੀ ਨੂੰ ਈਡੀ ਨੇ ਫੜ ਲਿਆ, ਲੇਕਿਨ 6 ਨੂੰ ਚੰਨੀ ਪੇਸ਼ ਕੀਤਾ ਜਾਣਾ ਸੀ, ਇੰਜ ਲੱਗ ਰਿਹਾ ਸਾਰਿਆਂ ਵੱਲੋਂ। ਰੰਧਾਵਾ ਜੀ, ਅਗਰ ਪਿਛਲੇ 3 ਮਹੀਨੇ ਤੋਂ ਪੋਲਿਟਿਕਸ ਦਾ ਟ੍ਰੈਂਡ ਦੇਖੀਏ ਤੇ ਕਦੀ ਏਦਾਂ ਲੱਗਦਾ ਸੀਗਾ ਵੀ ਕਾਂਗਰਸ ਰਿਪੀਟ ਹੋਏਗੀ। ਫਿਰ ਜਦ ਚਿਹਰਿਆਂ ਦੀ ਗੱਲ ਆਉਂਦੀ ਸੀ ਵੀ ਸਿੱਧੂ ਜਾਂ ਚੰਨੀ, ਪਰ ਸਿੱਧੂ ਉਹਨਾਂ ਨੇ ਆਪ ਨੂੰ ਇਕੱਲੇ ਕਰਕੇ ਆਪਣੇ ਆਪ ਨੂੰ ਖੁਦ ਹੀ ਪੋਲਿਟਿਕਸ ਤੋਂ ਬਾਹਰ ਕਰਨ ਦੀ ਕਹੀਏ ਕਿ ਅਗਰ ਅੱਜ ਉਹ ਬਾਹਰ ਨਜ਼ਰ ਆਉਂਦੇ ਆ ਤਾਂ ਉਹਦੇ ਵਾਸਤੇ ਜ਼ਿੰਮੇਵਾਰ ਸਿੱਧੂ ਉਹਨਾਂ ਆਪ ਨੇ। ਹੁਣ ਚੰਨੀ ਉਹਨਾਂ ਦੀ ਗੱਲ ਕਰੀਏ, ਅੱਜ 4 ਤਰੀਕ ਹੈ, 6 ਤਰੀਕ ਨੂੰ ਚੰਨੀ ਉਹਨਾਂ ਦੀ ਅਨਾਉਂਸਮੈਂਟ ਹੋਣੀ ਹੈ। ਇਸ ਗੱਲ ਦੀ ਇਨਫੋਰਮੇਸ਼ਨ ਸਾਰੇ ਰਾਜਨੀਤਿਕ ਸਰਕਲ ਦੇ ਵਿੱਚ ਹੈਗੀ ਹੈ ਕਿ 6 ਤਰੀਕ ਨੂੰ ਰਾਹੁਲ ਗਾਂਧੀ ਲੁਧਿਆਣਾ ਆਉਣਗੇ, ਵਰਚੁਅਲ ਰੈਲੀ ਹੋਏਗੀ, ਚੰਨੀ ਉਹਨਾਂ ਰੋਡ 'ਚ ਅੱਗੇ ਚੱਲ ਰਹੇ ਨੇ, ਸੋ ਕਾਲਡ ਸਰਵੇ ਚੱਲ ਰਿਹਾ ਹੈ। ਪਰ ਉਸ ਦੌਰਾਨ ਅਚਾਨਕ ਹੀ ਹਨੀ ਨੂੰ ਅੱਜ ਕੱਲ ਰਾਤੀ ਗ੍ਰਿਫਤਾਰ ਕਰ ਲਿਆ ਗਿਆ। ਹੁਣ ਚੰਨੀ ਉਹਨਾਂ ਦੇ ਖਿਲਾਫ ਵੀ ਇੱਕ ਨੈਰੇਟਿਵ ਬੜਾ ਤਗੜਾ ਸੈੱਟ ਹੋਏਗਾ, ਔਰ ਕਾਂਗਰਸ ਜੋ 2 ਜਾਂ 3 ਚਿਹਰਿਆਂ ਦੇ ਨਾਲ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਹੀ ਸੀ, ਉਹਨਾਂ ਨੇ ਆਪ ਦਾ ਖਲਾਰਾ ਪਾਤਾ। ਹੁਣ ਆ ਨਹੀਂ ਸਮਝ ਆਉਂਦਾ ਵੀ ਥਾਲੀ ਦੇ ਵਿੱਚ ਅਗਰ ਚੰਨੀ ਨੂੰ ਲੈ ਕੇ ਆਉਂਦੇ ਨੇ ਤੇ ਸਿੱਧੂ ਨਾਰਾਜ਼ ਹੁੰਦਾ ਹੈ, ਜੇ ਸਿੱਧੂ ਨੂੰ ਲੈ ਕੇ ਆਉਂਦੇ ਆ ਤੇ ਚੰਨੀ ਉਹਨਾਂ ਦਾ ਅਕਸ ਖਰਾਬ ਹੁੰਦਾ ਹੈ। ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਨੇ ਆਪ ਦੇ ਵਾਸਤੇ ਮੁਸ਼ਕਿਲ ਕਰ ਲਈ, ਕਿਉਂਕਿ ਰੂਲਿੰਗ ਪਾਰਟੀ ਜਿਹੜੀ ਕਾਂਗਰਸ ਦੀ ਸਰਕਾਰ, ਉਹਨੂੰ ਕੋਈ ਵੋਟ ਕਿਉਂ ਦੇਗਾ? ਉਹ ਇਸ ਕਰਕੇ ਦੇਗਾ ਕਿ ਵੀ ਅੱਗੇ ਚੱਲ ਕੇ ਵਧੀਆ ਕੰਮ ਕਰਨਗੇ। ਗੱਲ 111 ਦਿਨ ਦੀ ਹੁੰਦੀ ਹੈ। 111 ਦਿਨ ਦੇ ਵਿੱਚ ਤੁਸੀਂ ਮੈਨੂੰ ਇੱਕ ਵੀ ਵੱਡੀ ਅਚੀਵਮੈਂਟ ਦੱਸੋ ਜਿਹੜੀ ਚੰਨੀ ਉਹਨਾਂ ਦੀ ਹੋਈ। ਹਾਂ, ਬਿਜਲੀ ਸਸਤੀ ਕਰਤੀ, ਸਸਤੀ ਕਰਨ ਤੋਂ ਬਾਅਦ ਪੈਸੇ ਕਿੱਥੇ ਆਣਗੇ? ਜਦ ਸਿੱਧੂ ਇਹ ਗੱਲ ਕਰਦਾ ਹੈ ਕਿ ਪੈਸੇ ਕਿੱਥੋਂ ਆਣਗੇ ਤੇ ਸਿੱਧੂ ਇੱਕ ਵਿਲਨ ਕਰਾਰ ਦਿੱਤਾ ਜਾਂਦਾ ਹੈ। ਔਰ ਅਗਲੀ ਸਰਕਾਰ ਕਿਸ ਤਰੀਕੇ ਨਾਲ ਜੂਨ ਤੱਕ ਪੈਸਿਆਂ ਦਾ ਇੰਤਜ਼ਾਮ ਕਰੇਗੀ? ਜੀ ਭਾਸਕਰ ਸਾਹਿਬ, ਉਹਦੇ 'ਚ ਇੱਕ ਪ੍ਰਾਪਤੀ ਹੈਗੀ ਆ, ਕਿਉਂਕਿ ਪਹਿਲਾ ਜਿਹੜਾ ਸ਼ਾਸਕ ਸੀ ਉਹ ਰਾਜਾ ਸੀ ਤੇ ਮਹਿਲ ਦੇ ਅੰਦਰ ਹੀ ਬੈਠਾ ਸੀ ਕਿ ਬਾਹਰ ਨਹੀਂ ਸੀ ਨਿਕਲਦਾ। ਤੇ ਚੰਨੀ ਸਾਹਿਬ 111 ਦਿਨਾਂ 'ਚ ਇੰਨੇ ਨਜ਼ਰ ਆਏ ਕਿ ਉਹਨਾਂ ਦੇ ਗਰੀਬ ਹੋਣ ਦੀ, ਅਨੁਸੂਚਿਤ ਜਾਤੀਆਂ 'ਚ ਆਉਣ ਦਾ ਇੱਕ ਜਿਹੜਾ ਸਿਰਜ ਲਿਆ ਗਿਆ, ਜੋ ਤਸਵੀਰ ਬਣਾਤੀ ਗਈ, ਉਹ 111 ਦਿਨ ਤਾਂ ਅੱਗੇ ਵਧੀ। ਪਰ ਚੋਣ ਜਾਬਤਾ ਲੱਗਦਿਆਂ ਚੰਨੀ ਸਿਰਫ ਤੇ ਸਿਰਫ ਕਿਉਂਕਿ ਉਹ ਦਲਿਤ ਨੇ, ਉਹ ਅਨੁਸੂਚਿਤ ਜਾਤੀਆਂ 'ਚ ਆਉਂਦੇ, ਉਹਨਾਂ ਦੀ ਖਾਸੀਅਤ ਇਹੀ ਰਹਿ ਗਈ। ਬਣਦਾ ਤਾਂ ਇਹ ਸੀ ਕਿ ਜੇ ਉਹ ਖੁੱਲ ਕੇ ਜਿਵੇਂ 111 ਦਿਨ ਕੰਮ ਕਰਿਆ, ਉਸ ਤੋਂ ਬਾਅਦ ਉਹਨਾਂ ਦਾ ਔਰਾ ਬਹੁਤ ਵੱਡਾ ਹੋਣਾ ਚਾਹੀਦਾ ਸੀ, ਉਹਨਾਂ ਦੀ ਜਿਹੜੀ ਪ੍ਰਭਾਵ ਸੀਗਾ ਬਹੁਤ ਵੱਡਾ ਹੋਣਾ ਚਾਹੀਦਾ ਸੀ, ਪਰ ਉਹ ਸੀਮਤ ਹੋ ਗਿਆ। ਭਾਵੇਂ ਉਹ ਉਹਨਾਂ ਦਿਨਾਂ 'ਚ ਛਾਪਿਆਂ ਦੀ ਗੱਲ ਕਰ ਲਈਏ, 10 ਕਰੋੜ ਦੀ ਕਰ ਲਈਏ, ਉਹ ਚੰਨੀ ਦੇ ਘਰੋਂ ਨਹੀਂ ਫੜੇ ਗਏ, ਲੇਕਿਨ ਫਿਰ ਵੀ ਜੋ ਕਿਹਾ ਗਿਆ। ਹੁਣ ਇਸ ਵੇਲੇ ਤੁਸੀਂ ਠੀਕ ਕਹਿ ਰਹੇ ਹੋ ਕਿ ਜੇ ਮੰਨ ਲਓ ਕਿ ਚੰਨੀ ਦਿੰਦੇ ਆ, ਕੱਲਾ ਸਿੱਧੂ ਨਹੀਂ ਬਾਹਰ ਹੋਊਗਾ, ਉਹਦੇ ਨਾਲ ਜਿਹੜੇ ਲੋਕ ਦੁਚਿੱਤੀ 'ਚ ਨੇ ਕਿ ਬਦਲਾਅ ਕਿੱਥੋਂ ਆ ਸਕਦਾ। ਆਮ ਆਦਮੀ ਪਾਰਟੀ ਦਾ ਕੇਜਰੀਵਾਲ ਦੇਊਗਾ ਜਾਂ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਨਵੀਂ ਕਾਂਗਰਸ ਦੇ ਰੂਪ 'ਚ ਦੇਊਗਾ, ਉੱਥੇ ਇਹ ਕਹਾਣੀ ਤਾਂ ਮੁੱਕ ਜਾਣੀ ਉਸੇ ਵੇਲੇ।
ਪਰ ਜੇ ਖੁਦਾ ਨਾ ਖਾਸਤਾ ਸਿੱਧੂ ਅੱਗੇ ਵਧਾਇਆ ਜਾਂਦਾ ਤਾਂ ਇਹ ਫਿਕਰ ਉਹਨਾਂ ਨੂੰ ਕਿ 10-15% ਵੋਟ ਦਲਿਤਾਂ ਦੀ ਜਿਹੜੀ ਸਿੱਧੀ ਪੈ ਸਕਦੀ ਆ ਉਹ ਤੁਰੰਤ ਨਾ ਖਿਸਕ ਜੇ। ਇਹ ਡਰ ਦੇ ਵਿੱਚੋਂ ਕਾਂਗਰਸ ਲਈ ਸੰਕਟ ਆ, ਕੀ ਕਹਿੰਦੇ? ਬਿਲਕੁਲ ਤੁਸੀਂ ਪਰ ਰੰਧਾਵਾ ਜੀ ਜਿਹੜੀ ਗੱਲਾਂ ਕਰਦੇ ਆ ਨਾ ਕਿ ਵੀ ਦਲਿਤਾਂ ਦੇ 10-15% ਵੋਟ ਕਾਂਗਰਸ ਨੂੰ ਵੱਧ ਪੈ ਜਾਣਗੇ ਜੇ ਚੰਨੀ ਨੂੰ ਕੰਟੀਨਿਊ ਕੀਤਾ ਕਿ ਬਤੌਰ ਮੁੱਖ ਮੰਤਰੀ ਪ੍ਰੋਜੈਕਟ ਕੀਤਾ। ਕੱਲ ਕਾਫੀ ਸੀਨੀਅਰ ਜਰਨਲਿਸਟ ਜਲੰਧਰ ਵਿੱਚ ਇੱਕ ਬੈਠੇ ਸੀਗੇ, ਉਹਦੇ ਵਿੱਚ ਇਹ ਗੱਲ ਨਿਕਲ ਕੇ ਆਈ ਕਿ ਦੁਆਬਾ ਜਿਹਨੂੰ ਆਪਾਂ ਦਲਿਤ ਡੋਮੀਨੇਟਡ ਵੀ ਕਹਿੰਦੇ ਆ, ਕਾਫੀ ਸੀਟਾਂ ਦੇ ਉੱਤੇ ਦਲਿਤਾਂ ਦਾ ਪ੍ਰਭਾਵ ਹੈਗਾ, ਉਹਦੇ ਵਿੱਚ ਕਾਂਗਰਸ ਪਿੱਛੇ ਨਜ਼ਰ ਆ ਰਹੀ ਸੀ। ਔਰ ਉਹਦਾ ਇੱਕ ਵੀ ਪੁਆਇੰਟ ਉਹਦਾ ਕੋਈ ਅਸਰ ਕਿ ਵੀ ਚੰਨੀ ਉਹਨਾਂ ਨੂੰ ਮੁੱਖ ਮੰਤਰੀ ਪ੍ਰੋਜੈਕਟ ਕਰਨ ਤੋਂ ਬਾਅਦ ਆਹ ਸਾਰੀ ਸੀਟਾਂ ਜਿੱਤ ਲਿੱਤੀਆਂ ਜਾਣਗੀਆਂ, ਐਦਾਂ ਦੀ ਗੱਲ ਕਿਸੇ ਵੀ ਜਿਹੜੇ ਪੁਆਇੰਟ ਤੇ ਨਿਕਲ ਕੇ ਨਹੀਂ ਆਈ। ਯਾਨੀ ਕਈ ਵਾਰ ਨਾ ਅਸੀਂ ਓਵਰ ਐਸਟੀਮੇਟ ਵੀ ਕਰ ਜਾਂਦੇ ਹਾਂ ਕਿ ਵੀ ਫਲਾਣਾ ਚਿਹਰੇ, ਕਿਉਂਕਿ ਜਦ ਗਰੀਬ ਆਪਣੇ ਆਪ ਨੂੰ ਘੋਸ਼ਿਤ ਕਰਦੇ ਨੇ ਚੰਨੀ ਹੋਣਾ, ਤਾਂ ਕਿਸੇ ਨਾ ਕਿਸੇ ਜਗ੍ਹਾ ਉਹ ਨੈਰੇਟਿਵ ਸੈੱਟ ਨਹੀਂ ਹੋ ਪਾਉਂਦਾ। ਔਰ ਭੁਪਿੰਦਰ ਸਿੰਘ ਹੰਨੀ ਦੀ ਕੱਲ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੇ 3 ਸਵਾਲ ਪੁੱਛੇ ਗਏ ਸੀਗੇ, ਉਹਨਾਂ ਸਵਾਲਾਂ ਦਾ ਜਵਾਬ ਇੱਕ ਤੇ ਹੈ ਕਿ ਆ ਜਿਹੜਾ ਪੈਸਾ ਤੁਹਾਡੇ ਕੋਲ ਫੜਿਆ ਗਿਆ ਇਹ ਅਫਸਰਾਂ ਦੀ ਟਰਾਂਸਫਰ ਤੋਂ ਤਾਲੁਕ ਰੱਖਦਾ ਸੀ, ਸਾਨੂੰ ਪਤਾ ਲੱਗਿਆ ਵੀ ਇਹਦਾ ਜਵਾਬ ਦਿਓ। ਦੂਜਾ ਸਵਾਲ ਸੀਗਾ ਕਿ ਵੀ ਤੁਹਾਡੇ ਮਾਸੜ ਨੇ ਆਹ ਪੈਸਾ ਤੁਹਾਡੇ ਕੋਲ ਰੱਖਿਆ ਸੀਗਾ ਔਰ ਤੁਸੀਂ ਰੇਤ ਦਾ ਕਾਰੋਬਾਰ ਕਰਦੇ ਹੋ ਔਰ ਉਹਨਾਂ ਦੇ ਬਿਹਾਫ ਤੇ। ਇਹ 2-3 ਸਵਾਲ ਸੁਣਨ ਤੋਂ ਬਾਅਦ ਹਨੀ ਬੇਹੋਸ਼ ਜਿਹਾ ਹੋ ਗਿਆ। ਫਿਰ ਹਸਪੀਟਲ ਲੈ ਕੇ ਗਏ, ਹਸਪੀਟਲ ਦੇ ਵਿੱਚ ਦੇਖਿਆ ਤੇ ਬਿਲਕੁਲ ਠੀਕ ਠਾਕ ਹੈ, ਵਾਪਸ ਲੈ ਕੇ ਗਏ, ਇੱਕ ਸਟੇਟਮੈਂਟ ਵੀ ਸਾਈਨ ਕਰਾਈ ਗਈ। ਹੁਣ ਇਹਨਾਂ ਸਾਰੀ ਗੱਲਾਂ ਦੇ ਵਿੱਚੋਂ ਮੈਨੂੰ ਇਹ ਲੱਗਦਾ ਹੈ ਕਿ ਕੁਝ ਨਾ ਕੁਝ ਐਦਾਂ ਦਾ ਅਗਰ ਨਿਕਲਿਆ ਕਿ ਜੋ ਚੰਨੀ ਉਹਨਾਂ ਦੇ ਖਿਲਾਫ ਇੱਕ ਸਬੂਤ ਦੇ ਤੌਰ ਤੇ ਪੇਸ਼ ਕੀਤਾ ਗਿਆ, ਤੇ ਜਿਹੜੀ ਬਦਲਾਵ ਦੀ ਗੱਲ, ਜਿਹੜੀ ਦਲਿਤ ਪੋਲਿਟਿਕਸ ਦੀ ਗੱਲ ਕਰਦੇ ਹੋ, ਉਹ ਕਿਤੇ ਲੈਣੇ ਦੇਣੇ ਨਾ ਪੈ ਜਾਣ। ਔਰ ਹਾਲਾਤ ਉਸ ਵੱਲ ਜਾ ਰਹੇ ਨੇ। ਔਰ ਜਿਸ ਵੀ ਪੋਲੀਟੀਕਲ ਸਰਕਲ ਦੇ ਵਿੱਚ ਗੱਲ ਆਉਂਦੀ ਹੈ ਕਿ ਵੀ ਜੋ ਕੁਝ 6 ਤਰੀਕ ਨੂੰ ਕਾਂਗਰਸ ਕਰਨ ਵਾਲੀ ਹੈ, ਇਹ ਇੱਕ ਚਿਹਰੇ ਨੂੰ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਹ ਆਪ ਦਾ ਨੁਕਸਾਨ ਕਰਕੇ ਬਹਿ ਜਾਏਗੀ। ਇਸ ਤਰ੍ਹਾਂ ਦੀ ਪੋਲੀਟੀਕਲ ਸਰਕਲ ਦੇ ਵਿੱਚ, ਜਿਸ ਤਰ੍ਹਾਂ ਮੈਂ ਪਹਿਲੇ ਵੀ ਕਹਿ ਚੁੱਕਿਆ, ਕਿ ਗੱਲਾਂ ਚੱਲ ਰਹੀ। ਬਿਲਕੁਲ ਠੀਕ ਹੈ। ਔਰ ਇੱਕ ਜ਼ਮੀਨ ਤੋਂ ਗੱਲ ਆ ਰਹੀ ਹੈ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਰਵਾਇਤੀ ਟੈਕਟਿਕਸ ਨਾਲ ਅੱਗੇ ਵਧਣਾ ਚਾਹੁੰਦੀਆਂ ਸੀਗੀਆਂ, ਜੇ ਉਹ ਇਸੇ ਹੀ ਭੰਵਰ 'ਚ ਫਸੀਆਂ ਰਹਿ ਗਈਆਂ ਤਾਂ ਵੱਡੀ ਗੱਲ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਜਿਵੇਂ 2017 'ਚ 77 ਨਾਲ ਆ ਗਏ ਸੀ, ਆਮ ਆਦਮੀ ਪਾਰਟੀ 40 ਤੋਂ ਸਿੱਧੀ 80 ਤੇ ਜਾਵੇ, ਇਹ ਸੰਭਾਵਨਾ ਵੀ ਬਣਦੀ ਦਿਸਦੀ ਹੈ। ਕਿਉਂਕਿ ਲੋਕ ਅਵੇਅਰਨੈਸ ਦੇ ਨਾਲ ਬਦਲਾਅ ਮੰਗਦੇ ਨੇ ਔਰ ਬਦਲਾਅ ਲਈ ਆਮ ਆਦਮੀ ਪਾਰਟੀ ਵੀ ਓਡਾ ਵਧੀਆ ਬਦਲ ਨਹੀਂ ਸੀ, ਪਰ ਜੇਕਰ ਦੇਖਿਆ ਜਾਵੇ ਤਾਂ ਹੋਰ ਹਾਲਾਤ ਵੀ ਨਹੀਂ ਬਚਣਗੇ ਜੇ ਸੱਚਮੁੱਚ ਸੰਯੁਕਤ ਸਮਾਜ ਮੋਰਚਾ ਡਿੱਗਦਾ ਹੈ, ਜਿਵੇਂ ਅੱਗੇ ਉਹ ਥੋੜਾ ਜਿਹਾ ਨੀਵਾਂ ਹੋਇਆ। ਮੈਂ ਫਿਰ ਗੱਲ ਉੱਥੇ ਹੀ ਲੈ ਕੇ ਜਾਣੀ ਆ ਪ੍ਰੋਫੈਸਰ ਬਲਕਾਰ ਸਿੰਘ, ਮਰਜ਼ੀ ਤੁਹਾਡੀ, ਵੈਸੇ ਤੁਸੀਂ ਆਪਣੀ ਗੱਲ ਕਿਵੇਂ ਕਰਨੀ ਆ, ਪਰ ਮੇਰਾ ਪਹਿਲਾ ਸਵਾਲ ਉੱਥੇ ਹੀ ਖੜਾ ਕਿ ਬਾਦਲ ਕੇ ਕਹਿਣਗੇ ਕਿ ਜੇ ਅਸੀਂ ਪੰਥਕ ਨਹੀਂ ਤਾਂ ਫਿਰ ਪੰਥਕ ਦੱਸ ਦਿਓ, ਦੱਸ ਤਾਂ ਪਾਓ ਉਸ ਘਰ ਦੀ ਜਿਹੜੇ ਘਰ ਦਾ ਕੋਈ ਥੋ ਪਤਾ ਜਿਹੇ ਨਹੀਂ। ਪੰਥਕ ਤੇ ਪੰਥ ਹੈ, ਜੋ ਪੰਥ ਵਰਗਾ ਹੋਣ ਦੀ ਕੋਸ਼ਿਸ਼ ਕਰੇਗਾ ਉਹ ਪੰਥਕ ਹੋਏਗਾ। ਇਹ ਪੰਥਕ ਬੰਦਾ ਨਹੀਂ ਹੈ। ਪੰਥਕ ਠੀਕ ਹੈ, ਐਡਜੈਕਟਿਵ ਚਲੋ ਲਵਾਂਗੇ, ਇਹਨੂੰ ਵਿਸ਼ੇਸ਼ਣ ਲਵਾਂਗੇ ਤੇ ਬੰਦੇ ਨੂੰ ਹੀ ਕਵਾਂਗੇ ਪੰਥਕ। ਪਰ ਜੇ ਤੁਸੀਂ ਮੇਰੇ ਕੋਲੋਂ ਇੱਕ ਮਤਲਬ ਪੁੱਛਦੇ ਹੋ ਸਟੂਡੈਂਟ, ਸਿੱਖ ਦੇ ਸਟੂਡੈਂਟ ਦੇ ਤੌਰ ਤੇ ਪੰਥ ਜਿਹੜਾ ਹੈ ਉਹ ਪੰਥ ਹੀ ਹੈ, ਪੰਥਕ ਹੋਣਾ ਹੈ। ਕ੍ਰਾਈਟੇਰੀਅਨ ਇਹ ਹੈ ਕਿ ਪੰਥਕ ਹੈ ਕਿ ਨਹੀਂ ਹੈ ਬੰਦਾ, ਅਸੀਂ ਇਹ ਦੇਖਣਾ। ਉਹਦੇ ਤੇ ਪੰਥਕ ਸਾਡੇ ਕੋਲੋਂ ਪੰਥਕ ਜਿਹੜੇ ਦਿਸਦੇ ਨਹੀਂ ਸੀ ਉਹ ਵੀ ਪੰਥਕ ਹੁੰਦੇ ਰਹੇ ਨੇ। ਸਾਡੇ ਕੋਲ ਬਹੁਤ ਲੰਬਾ, ਮੈਂ ਉਸ ਇਤਿਹਾਸ ਨਹੀਂ ਜਾਂਦਾ। ਗੱਲ ਇਹ ਚੱਲਦੀ ਸੀ, ਭਾਸਕਰ ਸਾਹਿਬ ਦੀ ਗੱਲ ਮੈਨੂੰ ਚੰਗੀ ਲੱਗੀ ਵੀ ਚੰਨੀ ਤੇ ਪ੍ਰੈਸ਼ਰ ਜਿਹੜਾ ਹੈ ਉਹ, ਚਲੋ ਮੈਨੂੰ ਇਹ ਲੱਗਦਾ ਇਹ ਹੈ ਕਿ ਇਸ ਵੇਲੇ ਜਿਹੜਾ ਕੰਸੈਂਸਸ ਹੈ ਇਹ ਹੈ ਕਿ ਜੇ ਉਹ ਮਤਲਬ ਇਸ ਵੇਲੇ ਚੰਨੀ ਨੂੰ ਚਿਹਰਾ ਨਹੀਂ ਲਵਾਉਂਦੇ ਤਾਂ ਉਹਨਾਂ ਵਾਸਤੇ ਸੁਸਾਈਡਲ ਹੋਏਗਾ। ਚੰਨੀ ਜਿਹੜਾ ਨਾ ਉਹ ਦਲਿਤ ਪ੍ਰਤੀਨਿਧ ਹੈ, ਗਰੀਬ ਜਿਹੜਾ ਹੈ ਉਹ ਤੇ ਉਹਦੇ ਨਾਲ ਜੋੜਿਆ ਜਾ ਰਿਹਾ, ਕਿਉਂਕਿ ਦਲਿਤ ਨੂੰ ਆਮ ਤੌਰ ਤੇ ਅਸੀਂ ਗਰੀਬੀ ਪਰਸੀਵ ਕਰ ਰਹੇ ਹਾਂ। ਜਿਹੜੇ ਬੰਦੇ ਸਿਆਸਤ ਦੇ ਨੇ, ਮੈਂ ਭਾਸਕਰ ਸਾਹਿਬ ਤੁਹਾਡੇ ਨੋਟ 'ਚ ਇਹ ਲੈਣਾ ਚਾਹੁੰਦਾ, ਜਿਹੜਾ ਬੰਦਾ ਸਿਆਸਤ 'ਚ ਹੈ ਉਹ ਜਦੋਂ ਬੰਦਾ ਜਿਹੜਾ ਸਿਆਸਤ 'ਚ ਆ ਗਿਆ ਉਹ ਅਮੀਰ ਹੋ ਗਿਆ ਹੋਇਆ ਹੈ। ਇਸੇ ਕਰਕੇ ਮਤਲਬ ਜਿਹੜਾ ਕੇਂਦਰ ਸਰਕਾਰ ਹੈ ਉਹ ਕਿਸੇ ਵੀ ਸਿਆਸਤਕਾਰ ਨੂੰ ਜਦੋਂ ਮਰਜ਼ੀ ਹੱਥ ਪਾ ਲੈਂਦੀ ਹੈ, ਕਿਉਂਕਿ ਪਬਲਿਕ ਪਰਸੈਪਸ਼ਨ ਵਿੱਚ ਜਿਹੜਾ ਬੰਦਾ ਸਿਆਸਤਦਾਨ ਹੈ ਉਹ ਕਰਪਟ ਹੈ। ਜੇ ਇਹ ਇਸ ਕਰਕੇ ਇਹ ਜਿਹੜੀ ਅਸੀਂ ਕਹਿੰਦੇ ਹਾਂ ਕਿ ਉਹ ਚੰਨੀ ਦੇ ਖਿਲਾਫ ਭੁਗਤੇਗਾ, ਮੈਂ ਕਹਿੰਦਾ ਉਹਦੇ ਹੱਕ 'ਚ ਭੁਗਤੇਗਾ, ਕਿਉਂਕਿ ਕੇਂਦਰ ਇਹ ਪੱਤਾ ਵਰਤ ਰਿਹਾ ਹੈ, ਚੰਨੀ ਦੇ ਖਿਲਾਫ ਵਰਤ ਰਿਹਾ ਹੈ। ਤੇ ਜਦੋਂ ਚੰਨੀ ਦੇ ਖਿਲਾਫ ਵਰਤ ਰਿਹਾ ਇਹ ਦਲਿਤਾਂ ਨੂੰ ਸਮਝ ਨਹੀਂ ਆਏਗਾ। ਜਿਹੜੇ ਬੰਦੇ ਅਮੀਰ ਹੋਏ ਨੇ ਜਾਂ ਫੜੇ ਗਏ ਨੇ, ਜਦੋਂ ਤੁਸੀਂ ਦੱਸੋ, ਮੈਂ ਉਹਨਾਂ ਸਹਿਮਤ ਨਹੀਂ, ਮੈਂ ਸਮਝ ਆਏ ਹਾਂ ਕਿ ਇਸ ਵੇਲੇ ਜਿਹੜਾ ਸਿਆਸਤ ਹੈ ਨਾ, ਸਿਆਸਤਦਾਨ ਬਨਾਮ
ਜਿਹੜਾ ਮਾਫੀਆ ਹੈ ਉਹ ਚੱਲ ਰਿਹਾ ਹੈ ਤੇ ਮਾਫੀਆ ਹੀ ਸਿਆਸਤਦਾਨ ਨੂੰ ਡਿਕਟੇਟ ਕਰ ਰਿਹਾ ਹੈ ਤੇ ਸਿਆਸਤਦਾਨ ਦੀ ਕਮਜ਼ੋਰੀ ਇਹ ਹੈ ਕਿ ਉਹਨੇ ਮਾਫੀਆ ਦੇ ਮੁਤਾਬਕ ਐਕਟ ਕੀਤਾ ਸਾਰਾ। ਆਪ ਵੀ ਅਮੀਰ ਹੋਇਆ, ਦੂਜਿਆਂ ਨੇ ਹੋਇਆ। ਇਹ ਤਾਂ ਮਤਲਬ ਆਮ ਤੌਰ ਤੇ ਮੈਂ ਕਿਸੇ ਬਾਰੇ ਕਹਿਣਾ ਨਹੀਂ ਚਾਹੁੰਦਾ, ਨਹੀਂ ਤੇ ਲੋਕ ਇਹ ਕਹਿੰਦੇ ਰਹੇ ਨੇ ਵੀ ਤੁਸੀਂ ਵੀ ਖਾਓ ਤੇ ਸਾਨੂੰ ਵੀ ਖਵਾਓ, ਤੇ ਉਹਦੇ ਸਬੂਤ ਵੀ ਹੈ। ਮੇਰੀ ਜਿਹੜੀ ਤੁਸੀਂ ਸਵਾਲ ਕਰਦੇ ਪੰਥਕ ਦੀ ਜਿਹੜੀ ਮੇਰੇ ਤੋਂ ਤੁਸੀਂ ਐਕਸਪੈਕਟ ਨਹੀਂ, ਉਹ ਤੁਹਾਡੀ ਗੱਲ ਉਹ ਬਹੁਤ ਵਜਨਦਾਰ ਹੈ, ਉਹਨੂੰ ਵੀ ਅੱਗੇ ਵਧਾ ਲਈਏ। ਮੈਨੂੰ ਯਾਦ ਹੈ ਕਿ ਜਗਨ ਮੋਹਨ ਆਪਣਾ ਕਾਂਗਰਸ ਦਾ ਵੱਡਾ ਨਾਂ ਸੀ, ਉਹਦਾ ਬਾਪ ਰੈਡੀ, ਔਰ ਉਸ ਤੋਂ ਬਾਅਦ ਜਦੋਂ ਉਹਨੂੰ 500-700 ਕਰੋੜ ਦੇ ਨਾਲ ਫੜ ਲਿਆ ਗਿਆ ਤੇ ਉਸ ਤੋਂ ਬਾਅਦ ਉਹ ਲਗਾਤਾਰ ਸਫਲ ਮੁੱਖ ਮੰਤਰੀ ਬਣ ਕੇ ਵੀ ਅੱਗੇ ਵਧ ਰਿਹਾ। ਤੁਹਾਡੀ ਗੱਲ ਠੀਕ ਹੈ ਕਿ ਜੇ ਅੱਜ ਦੇ ਦਿਨ ਦੇ ਵਿੱਚ ਹਨੀ ਦੀ ਗ੍ਰਿਫਤਾਰੀ ਹੋਈ ਆ ਤੇ ਚੰਨੀ ਨੂੰ ਕਿਤੇ ਹੱਥ ਪੈ ਗਿਆ ਤਾਂ ਇਹ ਰਿਵਰਸ ਵੀ ਤੁਹਾਨੂੰ ਲੱਗਦਾ ਵੀ ਹੋ ਸਕਦਾ ਨੈਰੇਟਿਵ? ਜਿਨ੍ਹਾਂ ਨੂੰ ਹੱਥ ਪਿਆ ਹੈ ਨਾ ਉਹ ਚੰਨੀ ਦੇ ਲੇਖੇ 'ਚ ਲੱਗ ਰਹੇ ਨੇ, ਉਹ ਆਪ ਹੀ ਲਾ ਰਹੇ ਨੇ। ਇਹ ਤੇ ਕੱਲਾ ਇੱਥੇ ਥੋੜਾ ਹੋ ਰਿਹਾ, ਇਹ ਯੂਪੀ 'ਚ ਵੀ ਹੋ ਰਿਹਾ, 5 ਸੂਬਿਆਂ 'ਚ ਹੀ ਹੋ ਰਿਹਾ, ਜਿਹਦੇ ਵੀ ਇਲੈਕਸ਼ਨ ਉੱਥੇ ਹੋ ਰਿਹਾ। ਇਸ ਕਰਕੇ ਇਹਦਾ ਜਿਹੜਾ ਅਸਰ ਹੈ ਇਹ ਇਮੀਡੀਏਟ ਜਿਹੜਾ ਸਾਡੀ ਅਲੀਟ ਹੈ ਨਾ, ਜਿਹੜੀ ਮਤਲਬ ਖਾਸ ਤੌਰ ਤੇ ਜਿਹੜੀ ਪ੍ਰੈਸ ਵਿੱਚ ਅਲੀਟ ਹੈ, ਉਸ ਅਲੀਟ ਨੂੰ ਮਤਲਬ ਦਾ ਆਪਣਾ ਨੈਰੇਟਿਵ ਹੈ ਇਹ ਵੀ ਜਿਹੜਾ ਦਲਿਤ ਹੈ ਉਹ ਗਰੀਬ ਹੀ ਹੈ ਤੇ ਅਮੀਰ ਕੇਵਲ ਅਮਰਿੰਦਰ ਹੀ ਹੈ। ਤੇ ਮਤਲਬ ਬਾਦਲ ਸਾਹਿਬ ਜਿਹੜੇ ਨੇ ਉਹਨਾਂ ਨੇ ਕੀ ਕੀਤਾ, ਇਹ ਗੱਲਾਂ ਜਿਹੜੀਆਂ ਨੇ ਇਹ ਸਾਡੀ ਪਰਸੈਪਸ਼ਨ ਬਣ ਗਈ ਹੈ। ਅਸੀਂ ਜਦੋਂ ਫੈਸਲਾ ਦੇਣ ਲੱਗਦੇ ਹਾਂ ਇਸ ਵੇਲੇ ਪਬਲਿਕ ਮਾਈਂਡ ਵਿੱਚ ਕਰਪਸ਼ਨ ਕੋਈ ਮੁੱਦਾ ਹੀ ਨਹੀਂ ਹੈ। ਕਰਪਸ਼ਨ ਉਹਨਾਂ ਨੂੰ ਇਹ ਹੈ ਕਿ ਐਕਟਿਵ ਹੋਣ, ਕਿਉਂਕਿ ਜਿਹੜਾ ਆਮ ਬੰਦਾ ਜਿੱਥੇ ਜੇ ਵੋਟ ਲੈਂਦੇ ਨੇ, ਜਦੋਂ ਸ਼ਰਾਬ ਪਿਆ ਕੇ ਲੈਂਦੇ ਨੇ, ਜਦੋਂ ਪੈਸੇ ਦੇ ਕੇ ਲੈਂਦੇ ਨੇ, ਤਾਂ ਉਦੋਂ ਗੱਲ ਹੀ ਕਰਪਸ਼ਨ ਤੋਂ ਸ਼ੁਰੂ ਹੁੰਦੀ ਹੈ। ਇਸ ਕਰਕੇ ਆਮ ਬੰਦੇ, ਆਮ ਵੋਟਰ ਨੂੰ ਅਸੀਂ ਮੁੱਦੇ ਜਿਹੜੀ ਕਰਪਸ਼ਨ ਦੇ ਹਿਸਾਬ ਨਾਲ ਕੀ ਸਮਝਾਵਾਂਗੇ? ਇਹ ਤਾਂ ਬਦਨਾਮ ਹੀ ਕਰ ਸਕਦੇ ਨਾ ਕਿਸੇ ਨੂੰ, ਜਿਹਨੂੰ ਕਰਨਾ ਚਾਹੀਏ। ਮੈਂ ਇਹ ਸਮਝ ਆਏ ਹਾਂ ਕਿ ਇਸ ਵੇਲੇ ਸਾਡੇ ਕੋਲ ਮੁੱਦਾ ਆਇਆ ਕਿ ਕੱਲ ਮੀਟਿੰਗ ਹੋਈ, ਮਤਲਬ ਉਹਦੇ 'ਚ ਭਗਵੰਤ ਮਾਨ ਜਿਹੜਾ ਹੈ, ਜਿਹੜੇ ਸਾਰੇ ਆਪ ਦੇ ਲੀਡਰ ਸੀ, ਉਹ 'ਚੋਂ ਇਕੱਲਾ ਹੀ ਬੰਦਾ ਪੰਜਾਬੀ ਬੋਲ ਰਿਹਾ ਸੀ, ਭਗਵੰਤ ਮਾਨ, ਬਾਕੀ ਸਾਰੇ ਹਿੰਦੀ ਬੋਲ ਰਹੇ ਸੀ। ਕੀ ਇਹ ਪੰਜਾਬ ਨੂੰ ਦਿਸਦਾ ਨਹੀਂ? ਕੀ ਜਦੋਂ ਉਹਦਾ ਅਖਬਾਰ ਚੱਕ ਕੇ ਦੇਖਦੇ ਹਾਂ ਤੇ ਉੱਥੇ ਜਿਹੜੇ CM ਦੇ ਚਿਹਰੇ ਨੇ 4-5 ਵਿੱਚ, ਅਮਰਿੰਦਰ ਦਾ ਵਿੱਚ, ਸਾਰਾ ਚੰਨੀ ਹੋਣਾ ਦਾ, ਉਹਦੇ ਵਿੱਚ ਭਗਵੰਤ ਮਾਨ ਮਿਸਿੰਗ ਹੈ ਤੇ ਕੇਜਰੀਵਾਲ ਹੈਗਾ। ਕੇਜਰੀਵਾਲ ਕਿਹੜੇ ਹਿਸਾਬ ਨਾਲ ਉੱਥੇ ਉਹਨੂੰ ਮੀਡੀਆ ਨੇ ਕਿਵੇਂ ਰੱਖਿਆ ਹੋਇਆ? ਮੇਰਾ ਮਤਲਬ ਇਹ ਹੈ ਕਿ ਅਸੀਂ ਆਪਣੇ ਇੰਟਰਸਟ ਫਾਰਵਰਡ ਕਰ ਰਹੇ। ਇਸ ਵੇਲੇ ਪੰਜਾਬ ਜਿਹੜਾ ਹੈ ਉਹ ਮੇਰੇ ਮੁਤਾਬਕ ਫੈਸਲਾ ਕੋਈ ਦੇਵੇ, ਮੈਨੂੰ ਨਹੀਂ ਪਤਾ ਹੈਗਾ, ਪਰ ਉਹਨਾਂ ਨੂੰ ਪਤਾ ਹੈ ਕਿ ਅਸੀਂ ਬੇਈਮਾਨਾਂ ਵਿੱਚੋਂ ਘੱਟ ਬੇਈਮਾਨ ਚੁਣਨਾ ਹੈ। ਜੀ ਬਿਲਕੁਲ ਉਹਨਾਂ ਦੇ ਸਾਹਮਣੇ ਇਮਾਨਦਾਰ ਫੇਸ ਹੈ ਹੀ ਕੋਈ ਨਹੀਂ। ਅਸੀਂ ਜਦੋਂ ਇਮਾਨਦਾਰ ਫੇਸ ਹੈ ਹੀ ਕੋਈ ਨਹੀਂ ਤੇ ਫਿਰ ਅਸੀਂ ਕਿਸੇ ਨੂੰ ਇੱਕ ਨੂੰ ਬੇਈਮਾਨ ਕਿਉਂ ਕਹੀਏ? ਨਹੀਂ, ਬੇਈਮਾਨ ਦੀ ਮੰਡੀ ਵਿੱਚ ਇੱਕ ਘੱਟ ਬੇਈਮਾਨ ਜਿਹੜਾ ਹੈ ਉਹ ਅੱਗੇ ਆ ਜਾਏਗਾ ਥੋੜਾ ਬਹੁਤ। ਜਦੋਂ ਤੁਸੀਂ ਇਹ ਗੱਲ ਖੜੀ ਕਰਤੀ ਤਾਂ ਫਿਰ ਉਪਲਬਧ ਮਟੀਰੀਅਲ ਦੇ ਵਿੱਚੋਂ ਫਿਰ ਜਿਨ੍ਹਾਂ ਕੋਲ ਸੱਤਾ ਨਹੀਂ ਰਹੀ ਉਹੀ ਕਹਿਣਗੇ ਨਾ ਵੀ ਯਾਰ ਸਾਨੂੰ ਤੁਸੀਂ ਪਰਖਿਆ ਹੀ ਨਹੀਂ, ਕਰਪਸ਼ਨ ਕਰਦਿਆਂ ਦੇਖਿਆ ਹੀ ਨਹੀਂ, ਫਿਰ ਅਸੀਂ ਘਾਟਾਂ ਸਾਨੂੰ ਦਿਓ। ਸਾਨੂੰ ਦੇਖੋ, ਪੰਜਾਬ ਨੂੰ ਅਲਟੀਮੇਟਲੀ ਤੇ ਇਹ ਦੇਖਣਾ ਪੈਣਾ ਹੈ, ਸਾਡੇ ਕੋਲ ਅਸਲ 'ਚ ਇਹ ਹੈ ਨਾ ਵੀ ਜਿਹੜਾ ਸਾਡੇ ਕੋਲ ਕਿਸਾਨ ਈਡੀਐਮ ਸੀਗਾ, ਜਿਹੜਾ ਕਿਸਾਨ ਰੈਫਰੈਂਸ ਸੀਗਾ, ਜਿਹੜਾ ਕਿਸਾਨ ਇੰਟਰਫੀਅਰੈਂਸ ਸੀਗੀ, ਉਹ ਰਾਜੇਵਾਲ ਨੇ ਉਹ ਮਤਲਬ ਗਦੀ ਗੇੜ 'ਚ ਪਾਤੀ ਹੈ। ਉਹਦੇ ਗਲੀ ਜਿਹੜੇ ਪੈਣ ਨਾਲ ਫੈਸਲਾ ਔਖਾ ਹੋ ਗਿਆ ਥੋੜਾ ਜਿਹਾ, ਪਰ ਉਹ ਕਿਸਾਨ ਜਿਹੜਾ ਹੈ ਉਹਨੇ ਰਾਜੇਵਾਲ ਦੇਖਣਾ ਹੈ ਨਾ ਦੂਜਾ ਦੇਖਣਾ ਹੈ। ਉਹਨੇ ਤੇ ਸਿਰਫ ਫੈਸਲਾ ਲੈਣ ਲੱਗਿਆ ਉਹ ਕਿਸਾਨੀ ਸਪਿਰਿਟ ਵਿੱਚ ਹੀ ਲੈ ਲੈਣਾ ਹੈ। ਉਹਦੇ ਵਾਸਤੇ ਪੰਜਾਬ ਮੁੱਖ ਹੈ। ਕਿੱਧਰ ਜਾਊਗੀ? ਨਹੀਂ, ਪੰਜਾਬ ਦਾ ਏਜੰਡਾ ਜਿਹੜਾ ਹੈ ਨਾ, ਜਿਹੜੇ ਬੰਦੇ ਬੰਦੇ ਨੇ ਪੰਜਾਬ ਦਾ ਏਜੰਡਾ, ਉਹ ਵੀ ਸਿਆਸਤ ਕਰ ਰਹੇ ਨੇ। ਕਿਸਾਨੀ ਸਪਿਰਿਟ ਤੁਹਾਨੂੰ ਕਿਸ ਰੂਪ 'ਚ ਨਜ਼ਰ ਆ ਰਹੀ ਆ ਇਹ 4-5 ਧੜਿਆਂ 'ਚੋਂ? ਜੇ ਉਹ ਬਿਲਕੁਲ ਚਿਹਰੇ ਨਾ ਵੇਖੇ, ਕਿਸਾਨੀ ਸਪਿਰਿਟ ਚੇਤਨਾ ਕਿੱਥੇ ਜਾ ਕੇ ਵਰੂਗੀ? ਮੈਂ ਭਾਸਕਰ ਸਾਹਿਬ ਤੁਹਾਡੇ ਲੋੜ ਤੇ ਲਿਆਉਣਾ, ਮੈਂ ਪਿੰਡ ਚਲਾ ਗਿਆ ਤੇ ਉਹ ਜਿਹੜਾ ਉੱਥੇ ਜਿਹੜਾ ਆਇਆ ਉਹਨੂੰ ਉਹਨਾਂ ਨੇ ਸਵਾਲ ਪੁੱਛਣੇ ਸ਼ੁਰੂ ਕਰਤੇ, ਸਪੋਰਟਰ ਨੂੰ, ਪੋਲੀਟੀਕਲ ਸਪੋਰਟਰ ਨੂੰ, ਤੇ ਉਹ ਜਿਹੜਾ ਆਵੇ ਉਹਦੀ ਬੇਇੱਜ਼ਤੀ ਕਰਕੇ ਤੋੜ ਦਿੰਦੇ ਸੀ। ਤੇ ਮੈਂ ਕਿਹਾ ਤੁਸੀਂ ਨਾਲ ਕਿਹਦੇ ਹੋ? ਕਹਿੰਦਾ ਨਾਲ ਤਾਂ ਸਾਰਿਆਂ ਦੇ ਹੀ, ਅਸੀਂ ਤਾਂ ਕਿਹਦੇ ਨਾਲ ਨਹੀਂ ਗਏ। ਗੱਲ ਤੇ ਸੁਣ ਲਿਆ ਸਾਰਿਆਂ ਦੀ। ਠੀਕ ਗੱਲ ਹੈ ਕਿ ਮਤਲਬ 20 ਨੂੰ ਕੀ ਹੋਣਾ ਹੈ ਮੈਨੂੰ ਨਹੀਂ ਪਤਾ, ਪਰ ਪੰਜਾਬ ਨੂੰ ਪਤਾ ਹੈ ਵੀ ਅਸੀਂ 20 ਨੂੰ ਕੀ ਕਰਨਾ ਹੈ। ਇਹਦੇ ਵਿੱਚ ਸੈਂਟਰਲ ਗਵਰਨਮੈਂਟ ਦੀ ਜਿਹੜੀ ਹੈਗੀ ਆ ਚਲਾਕੀਆਂ, ਬਾਦਲ ਸਾਹਿਬ ਦੀਆਂ ਰਣਨੀਤੀਆਂ ਜਿਹੜੀਆਂ ਤੁਸੀਂ ਕਹਿ ਰਹੇ ਹੋ, ਉਹ ਕੰਮ ਨਹੀਂ ਆਉਣੀਆਂ ਐਤਕਾਂ। ਜੀ ਬਿਲਕੁਲ। ਮੈਂ ਪ੍ਰੋਫੈਸਰ ਸਾਹਿਬ ਇਸ ਧੋਖੇ ਵਿੱਚ ਰਹਿਣ ਦੀ ਲੋੜ ਨਹੀਂ। ਲੋਕਾਂ ਨੇ ਫੈਸਲਾ, ਮੈਂ ਕਹਿੰਦਾ ਕਿਸੇ ਦੇ ਹੱਕ ਵਿੱਚ ਦੇ ਦੇਣ। ਜਿਹੜਾ ਆਏਗਾ ਹੁਣ ਉਹ ਸਰਕਾਰ ਨਹੀਂ ਆਏਗੀ, ਹੁਣ ਲੋਕਾਂ ਨੂੰ ਜਵਾਬਦੇਹ ਸਰਕਾਰ ਆਏਗੀ। ਮੈਂ ਤੁਹਾਡੇ ਵੱਲ
ਮੈਂ ਆਉਣਾ ਹੈ ਭਾਸਕਰ ਸਾਹਿਬ ਨੂੰ ਨਾਲ ਲੈ ਲਈਏ। ਭਾਸਕਰ ਸਾਹਿਬ ਵੱਡੇ ਸਵਾਲ ਸਾਹਿਬ ਤਾਂ ਤੋਂ ਵੱਡਾ ਬਗੈਰ ਆਪਾਂ ਕਿਸੇ ਕੰਮ ਦੇ ਹੈ ਹੀ ਨਹੀਂ, ਇਨਫੋਰਮੇਸ਼ਨ ਨਹੀਂ ਦੇ ਲੈਣਾ ਸਾਰੀ। ਨਹੀਂ, ਵੈਸੇ ਪ੍ਰੋਫੈਸਰ ਸਾਹਿਬ ਸਵਾਲ ਤੁਸੀਂ ਵੱਡਾ ਉਠਾਇਆ ਕਿ ਅੱਜ ਦੇ ਦਿਨ 'ਚ ਸੋਸ਼ਲ ਮੀਡੀਆ ਦੀਆਂ ਸਭ ਤੋਂ ਵੱਧ ਸੁਰਖੀਆਂ ਇਹੀ ਹੁੰਦੀਆਂ ਕਿ ਕਿਹੜੀ ਜਗ੍ਹਾ ਕਿਹੜੇ ਕੈਂਡੀਡੇਟ ਨੂੰ ਲੋਕਾਂ ਨੇ ਵੰਡ ਨਹੀਂ ਦਿੱਤਾ, ਜੁੱਤੀਆਂ ਵਿਖਾਤੀਆਂ, ਗਾਲਾਂ ਕੱਢਤੀਆਂ, ਨਾਅਰੇ ਮਾਰ ਕੇ ਭਜਾਤਾ। ਇਹ ਗੱਲ ਭਾਵੇਂ ਨੂੰ ਆਪਾਂ ਕਿਸੇ ਵੀ ਜਗ੍ਹਾ ਦੇ ਉੱਤੇ ਐਪਰੀਸ਼ੀਏਟ ਨਹੀਂ ਕਰਦੇ। ਇਹ ਲੋਕਤੰਤਰ ਦੇ ਖਿਲਾਫ ਆ ਕਿ ਤੁਸੀਂ ਚੁਣੇ ਹੋਏ ਜਿਹੜੇ ਚੋਣ ਲਈ ਆ ਰਹੇ ਉਮੀਦਵਾਰ ਉਹਨਾਂ ਨੂੰ ਤੁਸੀਂ ਮਾੜੀਆਂ ਫਬਤੀਆਂ ਕੱਸੋ, ਪਰ ਇਹ ਵੀ ਸਲੀਕੇ ਨਾਲ ਹੀ ਹੋਣਾ ਚਾਹੀਦਾ ਵਿਰੋਧ। ਪਰ ਇਹ ਗੱਲ ਸਾਰੀਆਂ ਪਾਰਟੀਆਂ ਨੂੰ ਇੱਕੋ ਲਾਈਨ 'ਚ ਰੱਖ ਕੇ ਲੋਕ ਕਰ ਰਹੇ। ਮਤਲਬ ਜੇ ਤੁਸੀਂ ਇਹ ਕਹੋ ਕਿ ਇਹਦੇ 'ਚ ਨਾ ਤਾਂ ਕੋਈ ਬਖਸ਼ਿਆ ਗਿਆ, ਨਾ ਕੋਈ ਵਿਚਾਰਧਾਰਾ, ਨਾ ਕੋਈ ਪਾਰਟੀ, ਲੋਕ ਸਿੱਧੇ ਹੋ ਰਹੇ ਆ, ਤਾਂ ਮਤਲਬ ਚੇਤਨਾ ਦਾ ਪਸਾਰਾ। ਮੈਂ ਭਾਸਕਰ ਸਾਹਿਬ ਮੈਂ ਇੱਕ ਫਿਕਰ ਕਰ ਰਿਹਾ, ਇਸ ਵੇਲੇ ਜਿਹੜਾ ਪੋਲੀਟੀਸ਼ੀਅਨ ਪੋਲੀਟੀਕਲ ਲਾਟ ਜਿਹੜਾ ਹੈ ਉਹ ਲੋਐਸਟ ਐਬ ਤੇ ਹੈ। ਹਾਂ, ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਪਾ ਰਿਹਾ। ਵਾਕਈ ਇਸ ਵੇਲੇ ਆਪਣੇ ਆਪ ਨੂੰ ਜਸਟੀਫਾਈ ਕਰਨਾ ਪੋਲੀਟੀਸ਼ੀਅਨ ਲਈ ਔਖਾ ਹੋ ਗਿਆ। ਮੈਂ ਭਾਸਕਰ ਸਾਹਿਬ ਪ੍ਰੋਫੈਸਰ ਸਾਹਿਬ ਦੀ ਉਸ ਗੱਲ ਤੇ ਆਉਣਾ ਹੈ ਕਿ ਜੇ ਮੰਨ ਲਓ ਕੇਂਦਰ ਜਾਂ ਕੇਂਦਰ ਦੀਆਂ ਏਜੰਸੀਆਂ ਜੇ ਸਿਰਫ ਤੇ ਸਿਰਫ ਚੰਨੀ ਨੂੰ ਜਾਂ ਕਾਂਗਰਸ ਦੇ ਜਿਹੜੇ ਸਾਹਮਣੇ ਖੜੇ ਲੋਕ ਆ, ਸੱਤਾਧਾਰੀ ਆ ਇਸ ਵੇਲੇ, ਉਹਨਾਂ ਨੂੰ ਹੀ ਫੋਕਸ ਕਰ ਰਹੇ ਆ, ਤੁਹਾਨੂੰ ਲੱਗਦਾ ਹੈ ਕਿ ਪਹਿਲੀ ਨਜ਼ਰ ਦੇ ਵਿੱਚ ਉਹ ਆਮ ਆਦਮੀ ਪਾਰਟੀ ਨੂੰ ਵੀ ਰੋਕਣਾ ਚਾਹ ਰਹੇ ਸੀਗੇ, ਦੂਜੀ ਨਜ਼ਰ ਦੇ ਵਿੱਚ ਉਹ ਇੰਜ ਕਰਕੇ ਪੰਜਾਬ ਦਾ ਜਿਹੜਾ ਹਾਲਾਤ ਨੇ ਚੋਣ ਦੇ, ਉਹਨਾਂ ਨੂੰ ਸਿੱਧਾ ਬਦਲਾਅ ਵੱਲ ਨਹੀਂ ਵਧਾ ਰਹੇ? ਤੁਸੀਂ ਸਾਰਿਆਂ ਨੂੰ, ਉਹਨਾਂ ਧਿਰਾਂ ਨੂੰ ਨੰਗੇ ਕਰਕੇ ਤੁਸੀਂ ਇੱਕ ਧਿਰ ਵੱਲ ਵਧਾ ਰਹੇ ਹੋ। ਕੀ ਕਹਿੰਦੇ ਹੋ? ਤੁਹਾਨੂੰ ਲੱਗਦਾ ਬੀਜੇਪੀ, ਮਾਫੀ ਚਾਹੁੰਦਾ, ਕੇਂਦਰ ਸਰਕਾਰ ਨਹੀਂ, ਮਾਫੀ ਚਾਹੁੰਦਾ, ਜਿਸ ਤਰ੍ਹਾਂ ਦੀ ਚੀਜ਼ਾਂ ਹੋ ਰਹੀਆਂ ਨੇ, ਮੈਂ ਇਹਦੇ ਚ ਪਤਾ ਨਹੀਂ ਕੌਣ ਆ ਚਿਹਰਾ, ਕੌਣ ਮੈਨੂੰ ਨਹੀਂ ਪਤਾ, ਆਪਾਂ ਗਲਤੀ ਲਈ ਮਾਫੀ ਮੰਗ ਲੈਨੇ ਆ, ਕਿਉਂਕਿ ਉਹ ਕਿਉਂ ਕਰਨਗੇ? ਉਹ ਤਾਂ ਪੋਲੀਟੀਸ਼ੀਅਨ, ਇੱਕ ਪੋਲੀਟੀਸ਼ੀਅਨ ਦੂਜੇ ਦੀ ਬਾਹ ਥੋੜਾ ਮਰੋੜਦਾ ਹੁੰਦਾ, ਐ ਨਹੀਂ ਹੋਣਾ ਚਾਹੀਦਾ, ਹੁੰਦਾ ਵੀ ਨਹੀਂ। ਪਰ ਮੈਨੂੰ ਇਹ ਜ਼ਰੂਰ ਦੱਸੋ ਕਿ ਕੀ ਉਹ ਜਾਣੇ ਅਣਜਾਣੇ ਦੇ ਵਿੱਚ ਆਪਣੇ ਟ੍ਰੈਪ ਚ ਆਪ ਹੀ ਨਹੀਂ ਫਸ ਗਏ ਪੰਜਾਬ ਦੇ ਵਿੱਚ? ਬਿਲਕੁਲ ਠੀਕ ਕਹਿ ਰਹੇ ਤੁਸੀਂ। ਕਈ ਵਾਰ ਜਿਸ ਤਰ੍ਹਾਂ ਏਦਾਂ ਦੀ ਰੇਡਾਂ ਉਹ ਬੂਮਰੈਂਗ ਕਰਦੀਆਂ ਹੁੰਦੀਆਂ। ਤੁਸੀਂ ਆਂਧਰ ਪ੍ਰਦੇਸ਼ ਦਾ ਵੀ ਐਗਜ਼ਾਮਪਲ ਦਿੱਤਾ, ਹੋਰ ਵੀ ਕਈ ਸੂਬੇ ਦੇ ਵਿੱਚ, ਜਿੱਦਾਂ ਮਮਤਾ ਬੈਨਰਜੀ ਦੀ ਵੀ ਗੱਲ ਕਰੀਏ, ਉੱਥੇ ਵੀ ਇਹੀ ਕੁਝ ਹੋਇਆ ਸੀਗਾ, ਪਰ ਗੱਲ ਬੈਕ ਟਰੈਕ ਕਰ ਗਈ ਸੀਗੀ। ਔਰ ਅੱਜ ਸਰਕਾਰ ਬਣਨ ਤੋਂ ਬਾਅਦ ਮਮਤਾ ਬੈਨਰਜੀ ਦੀ ਕੋਈ ਭਤੀਜਾ ਨਹੀਂ, ਕੋਈ ਈਡੀ ਦਾ ਕੇਸ ਕਿੱਥੇ ਖੜਾ ਹੈ ਕੁਝ ਨਹੀਂ ਪਤਾ। ਔਰ ਇਹ ਹੰਨੀ ਵਾਲੇ ਕੇਸ ਨੂੰ ਵੀ ਲੈ ਲਓ ਤੁਸੀਂ, ਇਹ ਹੰਨੀ ਵਾਲਾ ਕੇਸ ਤਕਰੀਬਨ 18 ਜਨਵਰੀ ਦਾ ਹੈਗਾ ਹੈ, ਔਰ 18 ਜਨਵਰੀ ਤੋਂ ਲੈ ਕੇ ਅੱਜ ਆਪਾਂ 4 ਤਰੀਕ ਤੱਕ ਬੈਠੇ ਹਾਂ, ਵਿੱਚ ਤੇ ਇਸ ਕੇਸ ਦਾ ਜ਼ਿਕਰ ਤੱਕ ਨਹੀਂ ਹੋ ਰਿਹਾ ਸੀਗਾ। ਕੱਲ ਅਚਾਨਕ ਹੀ ਰਾਤੀ 1 ਵਜੇ ਉਹਨਾਂ ਦੀ ਅਰੈਸਟ ਪਾ ਦਿੱਤੀ ਜਾਂਦੀ ਹੈ, ਔਰ ਇੰਡੀਕੇਸ਼ਨ ਹੁੰਦੀ ਹੈ, ਸਵਾਲ ਵੀ ਪੁੱਛੇ ਜਾਂਦੇ ਨੇ ਕਿ ਮੁੱਖ ਮੰਤਰੀ ਚੰਨੀ ਦੀ ਇਹਦੇ ਵਿੱਚ ਕਿੰਨੀ ਇਨਵੋਲਵਮੈਂਟ ਹੈ, ਪੈਸਾ ਉਹਨਾਂ ਦਾ ਸੀਗਾ, ਉਹ ਰੇਤ ਦਾ ਕਾਰੋਬਾਰ ਤੇ ਟਰਾਂਸਫਰਾਂ ਦੇ ਪੈਸੇ ਸੀਗੇ। ਮੈਨੂੰ ਇਹ ਲੱਗਦਾ ਹੈ ਕਿ ਜਦ ਤੁਸੀਂ ਪੋਲੀਟੀਕਲੀ ਕੁਝ ਵੀ ਕਰਨ ਦੀ ਕੋਸ਼ਿਸ਼ ਕਰਦੇ ਹੋ ਤੇ ਉਹ ਭਾਰੀ ਵੀ ਪੈ ਸਕਦਾ ਹੈ। ਪਰ ਪੰਜਾਬ ਦੇ ਕੇਸ ਦੇ ਵਿੱਚ ਅਸੀਂ ਬਦਲਾਅ ਵਾਸਤੇ ਵੋਟ ਪਾ ਰਹੇ ਹਾਂ, ਫਿਰ ਚੰਨੀ ਹੋਣਾ ਕਿਸੇ ਨਾ ਕਿਸੇ ਜਗ੍ਹਾ ਬਦਲਾਅ ਦੇ ਫਰੇਮ ਦੇ ਵਿੱਚ ਸੈੱਟ ਨਹੀਂ ਹੋ ਪਾ ਰਹੇ। ਗੱਲ ਤੇ ਇੱਥੇ ਖੜੀ ਹੈ। ਉਹ ਦੂਜੀ ਗੱਲ ਜਿਹੜੀ ਬਲਕਾਰ ਸਿੰਘ ਜੀ ਨੇ ਕਹੀ ਹੈ, ਉਹ ਬੜੀ ਵਧੀਆ ਕਹੀ ਹੈ ਕਿ ਲੋਕਾਂ ਨੇ ਮਨ ਬਣਾ ਲਿਆ 20 ਨੂੰ ਅਸੀਂ ਕਰਨਾ ਕੀ ਹੈ। ਸਾਨੂੰ ਨਹੀਂ ਪਤਾ ਉਹਨਾਂ ਨੇ ਕਰਨਾ ਕੀ ਹੈ, ਪਰ ਲੋਕਾਂ ਨੂੰ ਪਤਾ ਹੈ ਉਹਨਾਂ ਨੇ ਕਰਨਾ ਕੀ ਹੈ। ਔਰ ਇਹ ਜਦ 20 ਤਰੀਕ ਨੂੰ ਇਲੈਕਸ਼ਨ ਹੋਣਗੇ ਪੰਜਾਬ ਦੇ ਵਿੱਚ, ਇਹ ਬੜੇ ਡਿਫਰੈਂਟ ਤਰੀਕੇ ਦੇ ਇਲੈਕਸ਼ਨ ਲੜ ਰਹੇ ਨੇ। ਉਹਦੇ ਵਿੱਚ ਕੋਈ ਵੀ ਪੋਲੀਟੀਕਲ ਪਾਰਟੀ ਆਪਣਾ ਨੈਰੇਟਿਵ ਸੈੱਟ ਨਹੀਂ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਈ, ਸਿਵਾਏ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਨੈਰੇਟਿਵ ਹੈਗਾ ਹੈ, ਇੱਕ ਮੌਕਾ ਆਪ ਕੋ, ਉਹ ਕਿਸੇ ਨਾ ਕਿਸੇ ਜਗ੍ਹਾ ਸਹੀ ਤਰੀਕੇ ਨਾਲ ਫਿੱਟ ਬੈਠਿਆ ਹੈ ਕਿ ਵੀ ਜਦ ਤੁਸੀਂ ਅਕਾਲੀਆਂ ਨੂੰ ਮੌਕਾ ਦੇ ਦਿੱਤਾ, ਤੁਸੀਂ ਭਾਜਪਾ ਤੇ ਅਕਾਲੀ ਦਲ ਦੂਜਾ ਕਾਂਗਰਸ ਨੂੰ ਮੌਕਾ ਦਿੱਤਾ, ਔਰ ਉਹਦੇ ਤੋਂ ਤੁਸੀਂ ਅਨਸੈਟੀਸਫਾਈਡ ਹੋ, ਤੇ ਇੱਕ ਨਵਾਂ ਪੈਕੇਟ ਅਗਰ ਮਾਰਕੀਟ ਵਿੱਚ ਹੈਗਾ ਤੇ ਕਿਉਂ ਨਾ ਉਹਨੂੰ ਇਸਤੇਮਾਲ ਕਰ ਲਈਏ। ਔਰ ਪੰਜਾਬੀ ਹਮੇਸ਼ਾ ਬਦਲਾਵ ਵਾਸਤੇ, ਮੈਨੂੰ 25 ਕੁ ਸਾਲ ਹੋ ਗਏ ਪੰਜਾਬ ਆਏ, ਹਮੇਸ਼ਾ ਮੈਂ ਬਦਲਾਵ ਦੇ ਇੱਛੁਕ ਜ਼ਰੂਰ ਦਿਖੇ हैं, लेकिन ਹਜੇ ਤੱਕ ਉਹ ਬਦਲਾਵ ਅਪਣਾ ਨਹੀਂ ਪਾਏ। ਗੱਲ ਠੀਕ ਹੈ, ਆਪਾਂ ਇੱਛੁਕ ਤੇ ਜ਼ਰੂਰ ਰਹਿੰਦੇ ਆ, ਲੇਕਿਨ ਭੁਗਤਦੇ ਅਸੀਂ ਹਮੇਸ਼ਾ ਜੋ ਅਜਮਾਏ ਹੋਏ ਉਹਨਾਂ ਨੂੰ ਹੀ ਆ। ਸਾਨੂੰ ਲੱਗਦਾ ਹੁੰਦਾ ਯਾਰ ਫਲਾਣੇ ਨਾਲ ਤਾਂ ਯਾਰੀ, ਨਵੇਂ ਦਾ ਕੀਤਾ ਕਿਹੋ ਜਿਹਾ ਨਿਕਲਣਾ, ਫਲਾਣੇ ਨੇ ਫਲਾਣੇ ਵੇਲੇ ਸਾਡੀ ਬਦਲੀ ਕਰਾਤੀ ਸੀ, ਫਲਾਣੇ ਵੇਲੇ ਫਲਾਣੇ ਨੇ ਸਾਡੀ ਬਦਲੀ ਰੁਕਵਾ ਦਿੱਤੀ ਸੀਗੀ, ਉਹ ਪਿੰਡ ਪਾਣੀ ਦੇ ਝਗੜੇ ਚ ਕੌਣ ਕਿਹਦੇ ਹੱਕ ਚ ਭੁਗਤਿਆ ਸੀ, ਉਹ ਸਾਨੂੰ ਇਹੀ ਦਿਸਦਾ। ਪਰ ਸ਼ਹਿਰ ਅਜੇ ਵੀ ਚੁੱਪ ਆ, ਪਿੰਡਾਂ ਚ ਧੜਿਆਂ ਦੇ ਵਿੱਚ ਭਾਵੇਂ ਗੱਲ ਤੁਰਦੀ ਹੋਵੇ। ਪ੍ਰੋਫੈਸਰ ਸਾਹਿਬ ਜਾਂਦੇ ਜਾਂਦੇ ਕੋਈ 2 ਲਾਈਨਰ ਕੋਈ ਸਟੇਟਮੈਂਟ ਜਾਰੀ ਕਰੋ। ਹਾਂ, ਉਹਦੇ ਤੇ ਸਿੰਪਲ ਇੰਨੀ ਹੈ ਕਿ ਜਿਹੜੀ ਗੱਲ ਅਸਲ ਵਿੱਚ ਅਸੀਂ ਅਜੇ ਵੀ ਜਿਹੜੀ ਸਾਰੀ ਡਿਸਕਸ਼ਨ ਕੀਤੀ ਉਹਦੇ ਚਿਹਰਿਆਂ ਬਾਰੇ ਗੱਲ ਕਰਦੇ ਰਹੇ ਹਾਂ।
ਚੰਨੀ ਨੂੰ ਜੇ ਕਰਪਟ ਸਾਬਤ ਵੀ ਹੋ ਜਾਣ ਸਾਰੇ ਪੈਸਾ ਇਹਦੇ ਨਾਲ ਲੱਗ ਜਾਏ ਤੇ ਉੱਥੇ ਤੇ ਕਾਂਗਰਸ ਪਾਰਟੀ ਲੜ ਰਹੀ ਹੈ। ਚੰਨੀ ਤਾਂ ਨਹੀਂ ਲੜ ਰਿਹਾ ਨਾ ਕੱਲਾ। ਚੰਨੀ ਦਾ ਤੇ ਚਿਹਰਾ ਜਿਹੜਾ ਕਾਂਗਰਸ ਨੂੰ ਚੰਨੀ ਦਾ ਫੈਸਲਾ ਸੂਟ ਕੀਤਾ ਸੀ ਤੇ ਅਸੀਂ ਉਹ ਕਹਿ ਰਹੇ ਹਾਂ ਕਿ ਇਸ ਵੇਲੇ ਵੀ ਉਹਨਾਂ ਨੂੰ ਉਹੀ ਸੂਟ ਕਰਦਾ ਹੈ ਪੰਜਾਬ ਦੀ ਸਿਚੁਏਸ਼ਨ 'ਚ। ਉਹਨਾਂ ਨੂੰ ਨਾ ਲੱਗੇ ਤਾਂ ਜੋ ਮਰਜ਼ੀ ਕਰ ਲੈਣ, ਪਰ ਜਿਵੇਂ ਸਿੱਧੂ ਨੇ ਮੈਨੂੰ ਚੰਗਾ ਲੱਗਿਆ ਇਹਨਾਂ ਦਾ ਕਿ ਜਿਵੇਂ ਸਿੱਧੂ ਨੇ ਆਪਣੇ ਆਪ ਨੂੰ ਆਪ ਹੀ ਸਵੈਮ ਗੋਲ ਕਰ ਲਿਆ ਹੈ। ਉਹ ਸਵੈਮ ਗੋਲ ਵਾਲੇ ਨੂੰ ਤਾਂ ਕੋਈ ਬਚਾ ਨਹੀਂ ਨਾ ਸਕਦਾ। ਇਸ ਵੇਲੇ ਪੋਲੀਟਿਕਸ ਵਿੱਚੋਂ ਕੇਵਲ ਜਿਹੜਾ ਇੱਕ ਬੰਦਾ ਜਿਹੜਾ ਡੈਮੇਜ ਹੋਇਆ ਹੈ ਉਹ ਤੇ ਇਕੱਲਾ ਹੈ ਸਿੱਧੂ। ਤੇ ਜਿਹੜੀ ਮਤਲਬ ਪਾਰਟੀ ਡੈਮੇਜ ਹੋਈ ਹੁਣ ਹੌਲੀ ਹੌਲੀ ਪੈਰ ਫਲਾ ਲਈ ਉਹਨੇ ਬਦਲ ਹੋਣੀ। ਹੁਣ ਦੇਖੋ ਹੁੰਦਾ ਕੀ ਹੈ। ਜਿਹੜਾ ਤੁਸੀਂ ਕਹਿੰਦੇ ਹੋ ਨਾ ਵੀ ਇੱਕ ਮੌਕੇ ਦਾ ਕਿਸੇ ਦੇ ਕੋਈ ਅਸਰ ਨਹੀਂ। ਇੱਥੇ ਜਟਵੈਲ ਦੇ ਵਿੱਚ ਜਿਹੜੀ ਚੱਲਦੀ ਹੈ ਨਾ ਪਿੰਡੇ ਲੈਵਲ ਤੇ ਚੱਲਦੀ ਹੈ ਵੀ ਯਾਰ ਹਾਂ ਫਿਰ ਇਹਨੂੰ ਦੇ ਦੇਣੇ ਮੌਕਾ, ਇਹ ਉੱਥੇ ਹੈ। ਪੋਲੀਟਿਕਸ ਵਿੱਚ ਇਹਦਾ ਕੋਈ ਥਾਂ ਨਹੀਂ ਹੈ। ਮੌਕਾ ਕਾਹਦੇ ਵਾਸਤੇ? ਇਹ ਕੋਈ ਅਰਦਾਸ ਕਰ ਰਹੇ ਹੋ ਤੁਸੀਂ ਇਹ ਸੱਚੇ ਪਾਤਸ਼ਾਹ ਬਖਸ਼ੀ ਭੁੱਲ ਚੁੱਕ ਮਾਫ ਕਰ ਦੇ? ਇਹ ਕੀ ਹੋ ਗਿਆ? ਇਹ ਤੇ ਪ੍ਰੈਕਟੀਕਲ ਹੈ। ਤੁਸੀਂ ਕੱਲ ਕੀਤਾ ਕੀ ਹੈ? ਕੇਜਰੀਵਾਲ ਨੂੰ ਮੌਕਾ ਮਿਲਣਾ ਹੈ ਇਸ ਗੱਲ ਤੇ ਕਿ ਕੇਜਰੀਵਾਲ ਨੇ ਕੀਤਾ ਕੀ ਤੇ ਉਹ ਭਗਵੰਤ ਮਾਨ ਨਾਲ ਕੱਲ ਨੂੰ ਕਰਨ ਕੀ ਜਾ ਰਿਹਾ ਹੈ। ਲੋਕਾਂ ਦੇ ਮਨ 'ਚ ਤੇ ਇਹ ਹੈ ਸਵਾਲ। ਲੋਕ ਇਸ ਗੱਲ ਤੇ ਕਰ ਰਹੇ ਨੇ, ਇਸ ਗੱਲ ਤੇ ਸੋਚ ਰਹੇ ਨੇ। ਚਲੋ ਇਹ ਨਹੀਂ ਆਓ, ਮੇਰਾ ਮਤਲਬ ਹੈ ਵੀ ਬਲਰਾਵਾ ਸਾਹਿਬ ਤੁਸੀਂ ਬਹੁਤ ਖੂਬਸੂਰਤ ਸੇਵਾ ਕਰ ਰਹੇ ਹੋ, ਚੇਤਨਾ ਕਰ ਰਹੇ ਹੋ। ਇੱਕ ਚੇਤਨਾ ਪ੍ਰਵਾਹ ਚੱਲ ਰਿਹਾ ਹੈ ਜਿਹਨੂੰ ਅਸੀਂ ਮੰਥਨ ਕਹਿ ਰਹੇ ਹਾਂ, ਉਹ ਹੋ ਰਿਹਾ ਹੈ। ਉਹਦੇ ਵਿੱਚੋਂ ਪੰਜਾਬ ਨੇ ਹਿੰਦੁਸਤਾਨ ਨੂੰ ਲੀਡ ਕਰਨਾ ਤੁਹਾਡੇ ਸਾਹਮਣੇ ਹੋਏਗਾ ਹੀ ਇਹ। ਅਸੀਂ ਹਿੰਦੁਸਤਾਨ ਨੂੰ ਲੀਡ ਕਰਕੇ ਆਇਆ ਪੰਜਾਬ ਕਿਸਾਨੀ ਮੋਰਚੇ ਤੋਂ, ਤੇ ਹੁਣ ਉਹਨੇ ਆਪਣੀ ਹੋਂਦ ਲਈ ਲੜਨਾ ਹੈ। ਇਹ ਗੱਲ ਤੁਹਾਡੀ ਵੱਡੀ ਹੈ। ਪਰ ਇੱਕ ਸਟੇਟਮੈਂਟ ਮੈਂ ਹੋਰ ਲੈਣੀ ਹੈ। ਆਪਾਂ ਹੁਣ ਰੋਜ਼ ਲਗਭਗ ਜੁੜਦੇ ਹੀ ਰਹਿਣਾ, ਪਰ ਮੈਨੂੰ ਇਹ ਜ਼ਰੂਰ ਦੱਸਿਓ ਪ੍ਰੋਫੈਸਰ ਸਾਹਿਬ ਕਿ ਅਸੈਂਬਲੀ ਹੰਗ ਹੈ ਕਿ ਜਾਂ ਕੋਈ ਧਿਰ ਪੂਰੇ ਬਹੁਮਤ ਨਾਲ ਵੀ ਤੁਸੀਂ ਉਹ ਵੱਡੇ ਮੰਚ ਤੇ ਵੇਖ ਸਕਦੇ ਹੋ? ਨਹੀਂ, ਉਹ ਇਹ ਤੁਸੀਂ ਅੰਦਾਜ਼ੇ ਲਾ ਕੇ ਤਾਂ ਆਪਾਂ ਕੁਝ ਵੀ ਕਰ ਸਕਦੇ ਹਾਂ, ਪਰ ਸਿਆਸਤ ਇੱਕ ਮੰਡੀ ਹੈ। ਮੰਡੀ ਵਿੱਚ ਕਿਵੇਂ ਕਹਿ ਸਕਦੇ ਹੋ ਵੀ ਇਹ ਜਿਹੜੀ ਆਈ ਹੈ ਭਿੰਡੀਆਂ ਜਿਹੜੀਆਂ ਉਹਨੂੰ ਵਿਕਣੀਆਂ ਹੀ ਨਹੀਂ, ਉਹ ਸਸਤੀਆਂ ਵਿਕ ਜਾਣਗੀਆਂ। ਲੋਕ ਆਪਣੇ ਆਪ ਇਕੱਠੇ ਹੋ ਜਾਣਗੇ। ਜਿਵੇਂ ਲੋਕਾਂ ਨੂੰ ਫੈਸਲਾ ਦੇਣ 'ਚ ਚੰਗਾ, ਫਿਰ ਅਸੀਂ ਤੁਹਾਨੂੰ ਇਹ ਨੋਟਾ ਹੋ ਗਿਆ ਨਾ। ਜੇ ਹੰਗ ਆਈ ਤੇ ਨੋਟਾ ਹੈ, ਤੇ ਨੋਟੇ ਵਿੱਚ ਜਿਹੜਾ ਸਿਆਸੀ ਲਾਟ ਹੈ, ਕਰਪਟ ਲਾਟ ਜਿਹੜਾ ਹੈ, ਉਹ ਆਪਣੇ ਆਪ ਨੂੰ ਹੋਰ ਕੋਈ ਬਚਾਉਣ ਦਾ ਰਾਹ ਲੱਭ ਲਊਗਾ ਪਈ। ਉਹਦੇ ਬਾਰੇ ਮਤ ਸੋਚੋ ਵੀ ਕੀ ਆ। ਉਹ ਤੇ ਫਿਰ ਅੱਗੋਂ ਮਤਲਬ ਲੈਣ ਦੇਣ ਤੇ ਹੀ ਹੋਣਾ ਨਾ। ਮੰਡੀ ਹੈ ਨਾ ਇਹ। ਮੈਂ ਇਹਨੂੰ ਮੰਡੀ ਵਾਂਗ ਦੇਖ ਰਿਹਾ ਤੇ ਮੰਡੀ ਮੱਛੀ ਮੰਡੀ ਬਣਨੀ ਹੈ ਕਿ ਕੀ ਬਣਨੀ ਹੈ ਇਹ ਨਹੀਂ ਪਤਾ ਲੱਗਦਾ ਅਜੇ। ਤੁਹਾਡੀ ਗੱਲ ਠੀਕ ਹੈ ਕਿ ਜੇਕਰ ਹੰਗ ਆਈ ਤੇ ਇਹਦਾ ਮਤਲਬ ਸਮੂਹਿਕ ਰੱਦ ਕਰਤੇ ਗਏ ਪੋਲੀਟੀਸ਼ੀਅਨ, ਪਰ ਕਈ ਵਾਰੀ ਰੱਦ ਹੋਏ ਰਲ ਕੇ ਆਪਣੇ ਆਪ ਪੰਜਾਬ ਹੀ ਕਰ ਸਕਦਾ ਹੈ। ਇਹ ਪੰਜਾਬ ਹੀ ਕਰ ਸਕਦਾ ਹੈ। ਹਾਂ, ਟੋਟਲ ਰਿਜੈਕਸ਼ਨ ਆਫ ਅ ਪੋਲੀਟੀਸ਼ੀਅਨ ਇਜ਼ ਇਨ 에ਅਰ। ਬਿਲਕੁਲ ਠੀਕ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਭਾਸਕਰ ਸਾਹਿਬ। ਆਪਾਂ ਜਾਂਦੇ ਜਾਂਦੇ ਤੁਹਾਡੇ ਕੋਲ ਕੁਝ ਲੈਣਾ ਹੈ ਪਰ ਸਮਾਂ ਜ਼ਿਆਦਾ, ਆਪਾਂ ਸ਼ਾਮ ਨੂੰ ਤਾਂ ਮਿਲਦੇ ਹੀ ਆ ਫਿਰ। ਬਹੁਤ ਮਿਹਰਬਾਨੀ। ਥੈਂਕ ਯੂ।